ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸਤਿਗੁਰ ਆਇਓ ਸਰਣ ਤੁਹਾਰੀ ਮਿਲੈ ਸੁਖ ਨਾਮ ਹਰਿ ਸੁਭਾ ਚਿੰਤਾ ਲਾਹੇ ਹਮਾਰੀ ਅਵਰ ਨ ਸੁਝੈ ਦੂਜੀ ਠਾਹਰ ਹਾਰ ਪਰਿਓ ਤਉ ਦੁਆਰੀ ਲੇਖਾ ਛੋੜ ਅਲੇਖਾ ਛੁਟਹ ਹਮ ਨਿਰਗੁਣ ਲੇਹੁ ਉਬਾਰੀ ਅਦ ਬਖਸ਼ਿੰਦ ਸਦਾ ਮਿਹਰਬਾਨਾ ਸਭਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਛੈ ਪਰਿਓ ਰਾਖ ਲੇਹੁ ਇਹ ਬਾਰੀ ਸਾਧ ਬਖਸ਼ਿੰਦ ਸਦਾ ਮਿਹਰਬਾਨਾ ਸਭਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਛੈ ਪਰਿਓ ਰਾਖ ਲੇਹੁ ਇਹ ਬਾਰੀ ਕਹਾ ਬੁੱਧ ਪ੍ਰਭ ਤੁਛ ਹਮਾਰੀ ਕਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੇਹੁ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੇਹੁ ਤੁਮ ਕਥਾ ਸੁਧਾਰੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਸਾਚਾ ਸਾਹਿਬ ਸਾਚ ਨਾਏ, ਭਾਖਿਆ ਭਾਉ ਅਪਾਰ। ਆਖਹਿ ਮੰਗਹਿ ਦੇਹ ਦੇਹ, ਦਾਤ ਕਰੇ ਦਾਤਾਰ। ਸਾਚਾ ਸਾਹਿਬ ਸਾਚ ਨਾਏ, ਭਾਖਿਆ ਭਾਉ ਅਪਾਰ। ਆਖਹਿ ਮੰਗਹਿ ਦੇਹ ਦੇਹ, ਦਾਤ ਕਰੇ ਦਾਤਾਰ। ਫੇਰ ਕੇ ਅੱਗੇ ਰੱਖੀਐ, ਜਿਤ ਦਿਸੈ ਦਰਬਾਰ। ਮੁਹਾਉ ਕੇ ਬੋਲਣ ਬੋਲੀਐ, ਜਿਤ ਸੁਣ ਧਰੇ ਪਿਆਰ। ਅੰਮ੍ਰਿਤ ਵੇਲਾ ਸਚ ਨਾਉ, ਵਡਿਆਈ ਵਿਚਾਰ। ਕਰਮੀ ਆਵੈ ਕੱਪੜਾ, ਨਦਰੀ ਮੋਖ ਦੁਆਰ। ਨਾਨਕ ਏਵੈ ਜਾਣੀਐ, ਸਭ ਆਪੇ ਸਚਿਆਰ। ਕਰਮੀ ਆਵੈ ਕੱਪੜਾ, ਨਦਰੀ ਮੋਖ ਦੁਆਰ। ਨਾਨਕ ਏਵੈ ਜਾਣੀਐ, ਸਭ ਆਪੇ ਸਚਿਆਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਿਤ ਪਾਵਨ ਭਗਤ ਵਛਲ, ਅੰਤਰਜਾਮੀ ਕਰੁਣਾ ਨਿਧਾਨ। ਗੁਰੂ ਗਰੀਬ ਨਵਾਜ, ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ ਸਾਹਿਬ। ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੱਜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋਏ ਦੀਵਾਨਾਂ ਅੰਦਰ ਪਾਵਨ ਗੁਰਬਾਣੀ ਦੇ ਜਾਪ, ਅੰਮ੍ਰਿਤਮਈ ਰਸ ਭਿੰਨਾ ਗੁਰਬਾਣੀ ਦਾ ਕੀਰਤਨ ਹੋਇਆ। ਵਡਭਾਗੀ ਜਨਾਂ ਨੇ ਸਰਵਣ ਕਰਕੇ ਲਾਹੇ ਪ੍ਰਾਪਤ ਕੀਤੇ ਹਨ। ਹੁਣ ਇਸ ਪਵਿੱਤਰ ਅਸਥਾਨ 'ਤੇ ਚੱਲ ਰਹੇ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ। ਜਪਜੀ ਸਾਹਿਬ ਪਾਵਨ ਗੁਰਬਾਣੀ ਦੀ ਵਿਚਾਰ ਚੱਲ ਰਹੀ ਹੈ। ਆਓ ਸਾਧ ਸੰਗਤ ਜੀ ਸ਼ਰਧਾ ਭਾਵਨਾ ਸਹਿਤ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੈਠ ਕੇ ਸਤਿਗੁਰੂ ਜੀ ਦੀ ਪਵਿੱਤਰ ਬਾਣੀ ਦੀ ਕਥਾ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਕਿਉਂਕਿ ਸਾਧ ਸੰਗਤ ਜੀ ਜਗਤ ਅੰਦਰ ਭਾਵੇਂ ਬਹੁਤ ਤਰ੍ਹਾਂ ਕਰਕੇ ਲਾਹੇ ਪ੍ਰਾਪਤ ਕੀਤੇ ਜਾਂਦੇ ਆ, ਪਰ ਜ਼ਿੰਦਗੀ ਦਾ ਆਤਮਿਕ ਲਾਹਾ ਕੇਵਲ ਸਤਿਗੁਰੂ ਜੀ ਦੀ ਸ਼ਰਨ ਵਿੱਚੋਂ ਹੀ ਪ੍ਰਾਪਤ ਹੁੰਦਾ। ਜੋ ਆਤਮਿਕ ਆਨੰਦ ਹੈ, ਜੀਵਨ ਦਾ ਆਤਮਿਕ ਅਮੋਲਕ ਲਾਹਾ ਹੈ, ਸਤਿਗੁਰੂ ਜੀ ਦਾ ਜਸ ਗਾ ਕੇ ਜਾਂ ਸ਼ਰਧਾ ਵਿਸ਼ਵਾਸ ਰੂਪੀ ਕੰਨਾਂ ਦੁਆਰਾ ਸਰਵਣ ਕਰਕੇ ਹੀ ਪ੍ਰਾਪਤ ਹੋਇਆ ਕਰਦਾ। ਦੁਨੀਆ ਦੇ ਜਿਤਨੇ ਵੀ ਮਾਇਆ ਦੇ ਲਾਹੇ ਹਨ, ਉਹਨਾਂ ਵਿੱਚ ਕਦੇ ਘਾਟਾ ਪੈ ਜਾਂਦਾ, ਕਦੇ ਵਾਧਾ ਹੋ ਜਾਂਦਾ, ਪਰ ਵਾਹਿਗੁਰੂ ਦੇ ਜਸ ਕਰਨੇ ਜਾਂ ਭਾਵਨਾ ਦੇ ਨਾਲ ਸੁਣਨੇ ਦੇ ਵਿੱਚ ਸਾਧ ਸੰਗਤ ਜੀ ਕਦੇ ਘਾਟਾ ਨਹੀਂ ਪੈਂਦਾ। ਇੱਕ ਵਾਰ ਵੀ ਮੁਖ ਤੋਂ ਵਾਹਿਗੁਰੂ ਉਚਾਰਨ ਕੀਤਾ ਜਾਵੇ, ਉਹਦਾ ਵੀ ਲਾਹਾ ਮਿਲਦਾ। ਭਾਵਨਾ ਦੇ ਨਾਲ
ਇੱਕ ਗੁਰਬਾਣੀ ਦਾ ਕੋਈ ਜਾਪ ਕਰ ਲਵੇ, ਇੱਕ ਜਪਜੀ ਸਾਹਿਬ ਗੁਰਬਾਣੀ ਦਾ ਕੋਈ ਪਾਠ ਕਰ ਲਵੇ, ਜਾਂ ਸ੍ਰੀ ਚੌਪਈ ਸਾਹਿਬ ਗੁਰਬਾਣੀ ਦਾ ਪਾਠ ਕਰ ਲਵੇ, ਉਹਦੇ ਵਿੱਚ ਘਾਟਾ ਨਹੀਂ ਹੈ। ਇਹ ਤੁਸ਼ ਬੁੱਧੀ ਹੈ ਜੋ ਜੀਵ ਕਹਿੰਦੇ ਹਨ ਕਿ ਇਹ ਤਾਂ ਵਿਹਲਿਆਂ ਦਾ ਕੰਮ ਹੈ। ਸਾਗਤ ਪੁਰਸ਼ਾਂ ਦੀ ਇਹ ਵਿਚਾਰ ਹੁੰਦੀ ਹੈ, ਕਹਿੰਦੇ ਹਨ ਕਿ ਵਿਹਲਿਆਂ ਦਾ ਕੰਮ ਹੈ ਜਿਹੜਾ ਪਾਠ ਕਰਦੇ ਰਹਿਣਾ ਜਾਂ ਫਿਰ ਗੁਰੂ ਘਰ ਵਿੱਚ ਜਾ ਕੇ ਬੈਠੇ ਰਹਿਣਾ। ਇਹ ਸਾਗਤ ਪੁਰਸ਼ਾਂ ਦੀ ਵਿਚਾਰ ਹੋਇਆ ਕਰਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਨੇ ਭਗਤ ਰਸਨਾ ਦੁਆਰਾ ਇਹ ਫਰਮਾਨ ਕੀਤਾ, ਇਹ ਜੀਵ ਥੋੜੇ ਤੋਂ ਥੋੜਾ ਜਿੰਨਾ ਸਮਾਂ ਵੀ ਜੇ ਪਰਮੇਸ਼ਰ ਦਾ ਭਜਨ ਕਰੇ, ਸਤ ਸੰਗਤ ਵਿੱਚ ਮਿਲ ਕੇ ਵਾਹਿਗੁਰੂ ਦਾ ਜਸ ਗਾਵੇ, ਉਸ ਵਿੱਚ ਤੈਨੂੰ ਲਾਹਾ ਹੀ ਪ੍ਰਾਪਤ ਹੋਵੇਗਾ। ਕਬੀਰ ਏਕ ਘੜੀ ਆਦਿ ਘੜੀ, ਆਦਿ ਹੂੰ ਤੇ ਆਦ, ਭਗਤਨ ਸੇਤੀ ਗੋਸਟੇ ਜੋ ਕੀਨੇ ਸੋ ਲਾਭ। ਇੱਥੇ ਹਾਨੀ ਤਾਂ ਨਹੀਂ ਨਾ ਸਤਿਗੁਰਾਂ ਨੇ ਉਚਾਰਨ ਕੀਤਾ, ਘਾਟੇ ਵਾਲਾ ਬਚਨ ਤਾਂ ਨਹੀਂ ਨਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰਿਆ। ਥੋੜੇ ਤੋਂ ਥੋੜਾ ਜਿੰਨਾ ਸਮਾਂ ਵੀ ਵਾਹਿਗੁਰੂ ਦਾ ਭਜਨ ਕੀਤਾ ਜਾਵੇ ਤੇ ਹਜ਼ੂਰ ਕਹਿੰਦੇ ਉਹਦੇ ਵਿੱਚ ਲਾਹਾ ਹੀ ਪ੍ਰਾਪਤ ਹੋਵੇਗਾ। ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਰਮਾਨ ਕੀਤਾ ਹੈ, ਕੋਈ ਪਤਾ ਨਹੀਂ ਕਦੋਂ ਕਿੱਦਾਂ ਦੀ ਵਿਧ ਬਰ ਜਾਣੀ ਹੈ ਤੇ ਸਤਿਗੁਰੂ ਜੀ ਦਾ ਉਪਦੇਸ਼ ਨਿਮਕ ਮਾਤਰ ਤੇਰੇ ਹਿਰਦੇ ਅੰਦਰ ਵਸ ਜਾਣਾ ਹੈ। ਹੇ ਜੀਵ, ਤੂੰ ਸਤਿਗੁਰਾਂ ਦੇ ਨਿਮਕ ਮਾਤਰ ਉਪਦੇਸ਼ ਹਿਰਦੇ ਅੰਦਰ ਵਸਣੇ ਕਰਕੇ ਤੂੰ ਨਿਹਾਲ ਹੋ ਜਾਣਾ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਇਉਂ ਵੀ ਬਚਨ ਕੀਤੇ ਹਨ, ਕਿਨ ਕਾ ਏਕ ਜਿਸ ਜੀਅ ਬਸਾਵੈ, ਤਾਂ ਕਿ ਮਹਿਮਾ ਗਨੀ ਨਾ ਆਵੈ। ਉਹ ਮਹਿਮਾ ਨੂੰ ਕਥਨ ਕੀਤਾ ਹੀ ਨਹੀਂ ਜਾ ਸਕਦਾ ਜੋ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਦੀ ਮਹਿਮਾ ਹਿਰਦੇ ਅੰਦਰ ਵਸ ਜਾਣੀ ਹੈ। ਇਸ ਲਈ ਗਰੀਬ ਨਵਾਜ ਸਤਿਗੁਰਾਂ ਨੇ ਮਹਾਨ ਕਿਰਪਾ ਕੀਤੀ ਹੈ। ਸਤ ਸੰਗਤ ਵਿੱਚ ਬੈਠਣ ਦਾ ਸਾਨੂੰ ਸਭ ਨੂੰ ਸੁਭਾਗ ਪ੍ਰਾਪਤ ਹੋ ਰਿਹਾ ਹੈ। ਇਹ ਸਮੇਂ ਨੂੰ ਹੋਰ ਵੀ ਸੁਭਾਗਾ ਬਣਾਉਣ ਦੇ ਲਈ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਧਾਰੀਏ, ਸਤਿਗੁਰੂ ਜੀ ਦੀ ਪਵਿੱਤਰ ਬਾਣੀ ਦੀ ਕਥਾ ਦੇ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਸਤਿਗੁਰੂ ਜੀ ਨੂੰ ਸੀਸ ਝੁਕਾਈਏ, ਪਿਆਰ ਦੇ ਸਹਿਤ ਉਚਾਰਨ ਕਰੀਏ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਾਚਾ ਸਾਹਿਬ ਸਾਚ ਨਾਇ। ਜਪਜੀ ਸਾਹਿਬ ਦੀਆਂ 3 ਪੌੜੀਆਂ ਦੀ ਵਿਚਾਰ ਕੱਲ੍ਹ ਦੇ ਦੀਵਾਨਾਂ ਵਿੱਚ ਹੋ ਚੁੱਕੀ ਸੀ। ਚੌਥੀ ਪੌੜੀ ਦੀ ਪ੍ਰਾਰੰਭਤਾ ਅੰਦਰ ਜਗਤ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸਿੱਧਾਂ ਦੇ ਪ੍ਰਥਾਏ ਉਚਾਰਨ ਕਰਕੇ ਸਾਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸਿੱਧਾਂ ਨੇ ਕਿਹਾ, ਹੇ ਸਤਿਗੁਰੂ ਜੀ, ਪਰਮੇਸ਼ਰ ਦਾ ਬਲ ਆਪ ਜੀ ਕਥਨ ਕਰਕੇ ਦੱਸੋ। ਹਜ਼ੂਰ ਕਹਿੰਦੇ ਕਥਨ ਕੀਤਾ ਨਹੀਂ ਜਾ ਸਕਦਾ। ਫਿਰ ਦਾਤਾਂ ਕਿਹਾ, ਪਰਮੇਸ਼ਰ ਦੀਆਂ ਵਡਿਆਈਆਂ ਕਿਹਾ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਾ ਦਾਤਾਂ ਦਾ ਅੰਤ ਹੈ, ਨਾ ਵਡਿਆਈਆਂ ਦਾ ਅੰਤ ਹੈ। ਕੋਈ ਪਰਮਾਤਮਾ ਜੈਸਾ ਹੋਵੇਗਾ ਤਾਂ ਹੀ ਉਹ ਪਰਮੇਸ਼ਰ ਦਾ ਬਲ ਕਥਨ ਕਰ ਸਕੇਗਾ, ਤਾਂ ਹੀ ਸਮਗਰ ਵਾਹਿਗੁਰੂ ਦੀਆਂ ਵਡਿਆਈਆਂ ਨੂੰ ਕਥਨ ਕਰ ਸਕੇਗਾ। ਪਰਮੇਸ਼ਰ ਹੈ ਹੀ ਬੇਅੰਤ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਕਥਨ ਕੀਤਾ ਹੈ, ਸਿੱਧੋ ਜਗਤ ਵਿੱਚ ਐਸੀ ਕੋਈ ਵੀ ਸ਼ਕਤੀ ਨਹੀਂ ਹੈ ਜਾਂ ਕੋਈ ਵੀ ਐਸਾ ਜੀਵ ਨਹੀਂ ਜਿਹੜਾ ਸ਼ਕਤੀ ਜਾਂ ਬਿਰਤੀ ਦੁਆਰਾ ਪਰਮੇਸ਼ਰ ਨੂੰ ਕਥਨ ਕਰ ਸਕੇ। ਮਹਾਰਾਜ ਸੱਚੇ ਪਾਤਸ਼ਾਹ ਫਿਰ ਸਤਿਗੁਰੂ ਜੀ ਨੂੰ ਕਹਿਣ ਲੱਗੇ, ਹੈ ਮਹਾਰਾਜ, ਉਹ ਪਰਮੇਸ਼ਰ ਕਿਹੋ ਜਿਹਾ ਹੈ ਜਿਵੇਂ ਜਗਤ ਦੇ ਅੰਦਰ ਰਾਜੇ ਜਾਂ ਕੋਈ ਬਾਦਸ਼ਾਹ ਹੁੰਦਾ, ਕਿਸੇ ਰਾਜੇ ਵਰਗਾ ਹੈ ਪਰਮਾਤਮਾ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਕਹਿੰਦੇ ਹਨ, ਪਰਮੇਸ਼ਰ ਐਸਾ ਰਾਜਾ ਨਹੀਂ ਜਿਹੋ ਜਿਹੇ ਜਗਤ ਦੇ ਰਾਜੇ ਹਨ। ਫਿਰ ਗਰੀਬ ਨਵਾਜ ਸਤਿਗੁਰੂ ਜੀ ਨੂੰ ਬਾਰ-ਬਾਰ ਸਵਾਲ ਕਰਦੇ ਹੈ ਕਿ ਕਿਸੇ ਨਾ ਕਿਸੇ ਢੰਗ ਦੇ ਨਾਲ ਸਤਿਗੁਰੂ ਜੀ ਕੋਲ ਜਵਾਬ ਨਾ ਆਵੇਗਾ।
ਬਾਰ-ਬਾਰ ਅਸੀਂ ਪ੍ਰਸ਼ਨ ਕਰੀ ਜਾਵਾਂਗੇ, ਕਿਉਂਕਿ 84 ਗਿਣਤੀ ਸੀ ਸਿੱਧਾਂ ਦੀ। ਕਦੇ ਕੋਈ ਆ ਕੇ ਸਵਾਲ ਕਰ ਦਿੰਦਾ ਸੀ, ਕਦੇ ਕੋਈ ਆ ਕੇ ਸਵਾਲ ਕਰਦਾ, ਕਦੇ ਕਿਸੇ ਤਰ੍ਹਾਂ ਕਰਕੇ ਕੋਈ ਸਵਾਲ ਕਰ ਦਿੰਦਾ, ਕੋਈ ਕਿੱਥੋਂ ਆ ਕੇ ਸਵਾਲ ਸਤਿਗੁਰਾਂ ਦੇ ਕੋਲ ਕਰ ਦਿੰਦਾ। ਤੇ ਮਹਾਰਾਜ ਸੱਚੇ ਪਾਤਸ਼ਾਹ ਹਰ ਸਮੇਂ ਹਾਜ਼ਰ ਜਵਾਬ ਹਨ, ਕਿਉਂਕਿ ਸਤਿਗੁਰੂ ਜੀ ਤਾਂ ਪਰਮੇਸ਼ਰ ਸਰੂਪ ਨੇ। ਤੇ ਪਰਮੇਸ਼ਰ ਦੇ ਬਾਬਤ ਹੀ ਉਹ ਬਾਰ-ਬਾਰ ਕਥਨ ਕਰਦੇ ਆ, ਕਦੇ ਸਰੀਰ ਦੇ ਬਾਬਤ, ਕਦੇ ਪ੍ਰਾਣਾਂ ਦਾ, ਕਿੱਦਾਂ ਦੇ ਪ੍ਰਾਣ, ਕਿੰਨੀ ਪ੍ਰਕਾਰ ਦੇ ਪ੍ਰਾਣ ਹੁੰਦੇ ਆ, ਵੱਖੋ ਵੱਖਰੀ ਤਰ੍ਹਾਂ ਕਰਕੇ ਬਾਰ-ਬਾਰ ਸਵਾਲ ਕਰਦੇ ਹਨ। ਫਿਰ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ, ਇਹ ਪਰਮੇਸ਼ਰ ਜੇ ਰਾਜਾ ਸਰੂਪ ਹੈ ਤੇ ਦੁਨੀਆ ਦੇ ਰਾਜੇ ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਵੇਂ ਰਾਜ ਭੋਗ ਕਰਕੇ ਆਪਣੀ ਹਕੂਮਤ ਚਲਾ ਕਰਕੇ ਸੰਸਾਰ ਤੋਂ ਪੰਜ ਭੌਤਿਕ ਸਰੀਰ ਤਿਆਗ ਕੇ ਚਲੇ ਜਾਂਦੇ ਆ, ਕਿ ਪਰਮੇਸ਼ਰ ਵੀ ਅਜਿਹਾ ਰਾਜਾ ਹੈ। ਫਿਰ ਸਮਾਂ ਆਉਣ ਤੇ ਸੰਸਾਰ ਦੇ ਜਿਹੜੇ ਰਾਜੇ ਲੋਕ ਹੁੰਦੇ ਉਹਨਾਂ ਦਾ ਨਾਮ ਫਿਰ ਵਿਸਰ ਜਾਂਦਾ, ਕੋਈ ਦੁਨੀਆ ਪਰ ਸਦਾ ਵਾਸਤੇ ਯਾਦ ਨਹੀਂ ਕਰਦਾ। ਮਹਾਰਾਜ ਸੱਚੇ ਪਾਤਸ਼ਾਹ ਪਰਮੇਸ਼ਰ ਅਜਿਹੋ ਜਿਹਾ ਹੀ ਹੋਵੇਗਾ। ਗਰੀਬ ਨਵਾਜ ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਜੀ ਉਚਾਰਨ ਕਰਦੇ ਆ। ਸਿੱਧਾਂ ਨੇ ਜਿਵੇਂ ਸਵਾਲ ਕੀਤਾ, ਸਤਿਗੁਰੂ ਜੀ ਯੋਗ ਉੱਤਰ ਦੇਣ ਲਈ ਹੁਣ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਸਾਚਾ ਸਾਹਿਬ ਸਾਚ ਨਾਏ। ਜਗਤ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਹੈ, ਸਿੱਧੋ ਅਕਾਲ ਪੁਰਖ ਪਰਮੇਸ਼ਰ ਦੁਨੀਆ ਦੇ ਰਾਜਿਆਂ ਵਰਗਾ ਰਾਜਾ ਨਹੀਂ ਹੈ। ਉਹ ਸਾਚਾ ਸਾਹਿਬ, ਸਾਹਿਬ ਦਾ ਆਖਰੀ ਅਰਥ ਹੁੰਦਾ ਹੈ ਮਾਲਕ, ਸਾਰੀ ਸ੍ਰਿਸ਼ਟੀ ਦਾ ਮਾਲਕ ਹੈ। ਜਿਵੇਂ ਰਾਜਾ ਪ੍ਰਜਾ ਦਾ ਮਾਲਕ ਹੁੰਦਾ, ਤਿਵੇਂ ਉਹ ਪਰਮਾਤਮਾ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ। ਸਾਰੀ ਸ੍ਰਿਸ਼ਟੀ ਛੋਟੇ ਔਰ ਵੱਡੇ ਆਕਾਰਾਂ ਦੇ ਜੀਵ ਪਰਮੇਸ਼ਰ ਦੀ ਪ੍ਰਜਾ ਹਨ। ਸਾਰੇ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਦੇ ਵਿੱਚ ਚੱਲਦੇ ਹੈ। ਜਿਵੇਂ ਰਾਜੇ ਦੇ ਹੁਕਮ ਦੇ ਵਿੱਚ ਪ੍ਰਜਾ ਚੱਲਦੀ, ਤਿਵੇਂ ਸਾਰੀ ਸ੍ਰਿਸ਼ਟੀ ਪਰਮਾਤਮਾ ਦੇ ਹੁਕਮ ਦੇ ਵਿੱਚ ਹੈ। ਅਕਾਲ ਪੁਰਖ ਵਾਹਿਗੁਰੂ ਨੇ ਹੁਕਮ ਰੂਪੀ ਨੱਥ ਦੇ ਵਿੱਚ ਸਾਰੀ ਸ੍ਰਿਸ਼ਟੀ ਨੂੰ ਨੱਥਿਆ ਹੈ। ਕੋਈ ਵਾਹਿਗੁਰੂ ਦੇ ਹੁਕਮ ਤੋਂ ਅਲੱਗਾ ਨਹੀਂ ਚੱਲਦਾ। ਇਹ ਪਿਛਲੀ ਪੌੜੀਆਂ ਦੇ ਵਿੱਚ ਵਿਚਾਰ ਆਈ ਸੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੈ, ਸਿੱਧੋ ਉਹ ਅਕਾਲ ਪੁਰਖ ਵਾਹਿਗੁਰੂ ਦੁਨੀਆ ਦੇ ਰਾਜਿਆਂ ਵਰਗਾ ਰਾਜਾ ਨਹੀਂ ਹੈ। ਐਸਾ ਉਹ ਪਰਮਾਤਮਾ ਸ਼੍ਰੋਮਣੀ ਰਾਜਾ ਹੈ। ਹਜ਼ੂਰ ਨੇ ਫਰਮਾਨ ਕੀਤੇ ਆ ਗੁਰਬਾਣੀ ਵਿੱਚ, ਕੋ ਹਰ ਸਮਾਨ ਨਹੀਂ ਰਾਜਾ। ਕਹਿੰਦੇ ਹਨ ਪਰਮੇਸ਼ਰ ਜੈਸਾ ਕੋਈ ਜੋ ਵਾਹਿਗੁਰੂ ਦੀ ਬਰਾਬਰਤਾ ਕਰ ਸਕੇ, ਪਰਮੇਸ਼ਰ ਦੇ ਸਮਸਤ ਕੋਈ ਦੁਨੀਆ ਦਾ ਹੋ ਸਕੇ, ਕੋਈ ਵੀ ਐਸਾ ਮਨੁੱਖ ਨਹੀਂ ਹੈ। ਭਾਵੇਂ ਕਿੰਨਾ ਵੀ ਚੱਕਰਵਰਤੀ ਕੋਈ ਰਾਜਾ ਬਾਦਸ਼ਾਹ ਕਿਉਂ ਨਾ ਹੋਵੇ, ਪਰ ਪਰਮੇਸ਼ਰ ਦੀ ਬਰਾਬਰਤਾ ਨਹੀਂ ਕੋਈ ਕਰ ਸਕਦਾ। ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦੇ ਵਾਜਾ। ਇਹ ਤਾਂ ਦੁਨੀਆ ਦੇ ਜਿਹੜੇ ਨਾਸਤਿਕ ਰਾਜੇ ਹੈ, ਚਾਹੇ ਕਿੰਨੇ ਵੀ ਉਹਨਾਂ ਨੇ ਆਪਣੀ ਹਕੂਮਤ ਚਲਾਈ, ਪਰ ਸਦਾ ਵਾਸਤੇ ਰਹਿਣ ਵਾਲੇ ਥੋੜ੍ਹਾ। ਜਗਤ ਅੰਦਰ ਜਿਤਨੇ ਵੀ ਸੰਸਾਰ ਦੇ ਰਾਜੇ ਮਹਾਰਾਜੇ ਬਾਦਸ਼ਾਹ ਹੋਏ ਹੈ, ਸਦਾ ਵਾਸਤੇ ਕੋਈ ਨਹੀਂ ਸੰਸਾਰ ਦੇ ਅੰਦਰ ਰਹਿੰਦਾ। ਇਸ ਲਈ ਕੋ ਹਰ ਸਮਾਨ ਨਹੀਂ ਰਾਜਾ। ਜਗਤ ਦੇ ਰਾਜਿਆਂ ਦੇ ਪ੍ਰਥਾਏ ਗੁਰੂ ਕਲਗੀਧਰ ਪਿਤਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ ਆ। ਹਜ਼ੂਰ ਕਹਿੰਦੇ ਹਨ, ਭਾਵੇਂ ਉਹਨਾਂ ਕੋਲ ਬੜੇ ਬੜੇ ਮਸਤ ਹਾਥੀ ਸਨ, ਇੰਨੀ ਤੇਜ਼ੀ ਦੇ ਨਾਲ ਚੱਲਣ ਵਾਲੇ ਘੋੜੇ ਸਨ ਜਿਹੜੇ ਹਵਾ ਨੂੰ ਵੀ ਮਾਤ ਪਾ ਦਿੰਦੇ। ਫਿਰ ਹੋਰ ਜਿਹੜੇ ਦੇਸ਼ਾਂ ਵਿਦੇਸ਼ਾਂ ਦੇ ਰਾਜੇ ਮਹਾਰਾਜੇ ਆ ਕਰਕੇ ਝੁਕਦੇ, ਉਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਪ੍ਰਤਾਪ ਦੇਖ ਕਰਕੇ। ਪਰ ਦੇਖੋ ਸੰਸਾਰ ਤੋਂ ਖਾਲੀ ਹੱਥ ਹੀ ਤੁਰ ਗਏ। ਸੰਸਾਰ ਦੇ ਅੰਦਰ ਕੌਣ ਅੱਜ ਉਹਨਾਂ ਨੂੰ ਯਾਦ ਕਰਦਾ? ਸਤਿਗੁਰੂ ਜੀ ਦੇ ਬਚਨ ਪੜ੍ਹਦੇ ਹਾਂ, ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ, ਕੋਟ ਤੁਰੰਗ ਕੁਰੰਗ ਸੇ ਕੂਦਤ ਪੌਨ ਕੇ ਗਾਉਨ ਕਉ ਜਾਤ ਨਿਵਾਰੇ, ਭਾਰੀ ਭੁਜਾਨ ਕੇ ਭੂਪ ਭਲੀ ਵਿਦ ਨਿਆਵਤ ਸੀਸ ਨਾ ਜਾਤ ਵਿਚਾਰੇ, ਏਤੇ ਭਏ ਤੋ ਕਹਾ ਭਏ ਭੂਪਤ ਅੰਤ ਕਉ ਨਾਗੇ ਹੀ ਪਾਏ ਪਧਾਰੇ। ਜਗਤ ਅੰਦਰ ਭਾਵੇਂ ਕਿੰਨੇ ਹੀ ਸਾਧ ਸੰਗਤ ਜੀ ਰਾਜੇ ਮਹਾਰਾਜੇ ਬਾਦਸ਼ਾਹ ਹੋਏ ਹੈ, ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੇਰੇ ਵਾਹਿਗੁਰੂ ਜੈਸਾ ਕੋਈ ਜਗਤ ਅੰਦਰ ਰਾਜਾ ਨਹੀਂ ਹੈ। ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸਭ ਤੋਂ ਸ਼੍ਰੋਮਣੀ ਰਾਜਾ ਹੈ, ਜਿਸ ਨੇ ਸਾਰੀ ਸ੍ਰਿਸ਼ਟੀ ਨੂੰ ਆਪਣੇ ਹੁਕਮ ਰੂਪੀ ਨੱਥ ਵਿੱਚ ਨੱਥਿਆ ਹੈ। ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਵਾਹਿਗੁਰੂ ਦਾ ਨਾਮ ਵੀ ਸਦਾ ਵਾਸਤੇ ਸੱਚਾ ਹੈ। ਜਿਵੇਂ ਜਿਵੇਂ ਸਿੱਧ ਸਵਾਲ ਕਰਦੇ ਆ ਨਾ ਕਿ ਜਗਤ ਦੇ ਰਾਜਿਆਂ ਦੇ ਜਿਹੜਾ ਨਾਮ ਹੈ, ਮਹਾਰਾਜ
ਜਦੋਂ ਕੋਈ ਸਮਾਂ ਲੰਘ ਜਾਂਦਾ ਤੇ ਫਿਰ ਜਗਤ ਦੇ ਲੋਕ ਉਹਨਾਂ ਨੂੰ ਭੁਲਾ ਦਿੰਦੇ, ਫਿਰ ਕੌਣ ਯਾਦ ਕਰਦਾ ਹੈ? ਪਰ ਸਤਿਗੁਰੂ ਜੀ ਕਹਿੰਦੇ ਪਰਮੇਸ਼ਰ ਦਾ ਨਾਮ ਹੀ ਸਦਾ ਵਾਸਤੇ ਸੱਚਾ ਹੈ। ਸਾਚਾ ਸਾਹਿਬ ਸਾਚ ਨਾਏ। ਪਰਮੇਸ਼ਰ ਦਾ ਇਹ ਨਹੀਂ ਹੈ ਕਿ ਨਾਮ ਜਿਹੜਾ ਹੈ ਜਗਤ ਦੇ ਅੰਦਰ, ਜਗਤ ਦੇ ਜੀਵ ਉਹਨੂੰ ਨਹੀਂ ਯਾਦ ਕਰਦੇ। ਜੇ ਪਰਮੇਸ਼ਰ ਸਦਾ ਵਾਸਤੇ ਰਹਿਣ ਵਾਲਾ ਤੇ ਉਹਦਾ ਨਾਮ ਵੀ ਸਦਾ ਵਾਸਤੇ ਹੀ ਰਹਿਣ ਵਾਲਾ ਹੈ। ਇਹ ਨਹੀਂ ਹੈ ਕਿ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਗਤ ਦੇ ਜੀਵਾਂ ਨੂੰ ਭੁੱਲ ਜਾਂਦਾ ਹੈ। ਉਹ ਪਰਮੇਸ਼ਰ ਆਪ ਸਦਾ ਹੀ ਰਹਿੰਦਾ ਤੇ ਵਾਹਿਗੁਰੂ ਦਾ ਨਾਮ ਵੀ ਸਦਾ ਵਾਸਤੇ ਰਹਿਣ ਵਾਲਾ ਹੈ। ਸਾਧ ਸੰਗਤ ਜੀ, ਜਗਤ ਦੇ ਅੰਦਰ ਭਾਵੇਂ ਕਿਤਨੇ ਹੀ ਪ੍ਰਕਾਰ ਦੇ ਰਾਜੇ ਮਹਾਰਾਜੇ ਬਾਦਸ਼ਾਹ ਹੋਏ ਹੈ, ਹਰ ਕਿਸੇ ਨੂੰ ਅੱਜ ਜਗਤ ਦੇ ਅੰਦਰ ਯਾਦ ਨਹੀਂ ਕੀਤਾ ਜਾਂਦਾ। ਹਰ ਕਿਸੇ ਰਾਜੇ ਮਹਾਰਾਜੇ ਭਾਵੇਂ ਕਿਤਨੀ ਵੀ ਹਕੂਮਤ ਚਲਾਈ, ਕਿੰਨੇ ਚੱਕਰਵਰਤੀ ਬਾਦਸ਼ਾਹ ਹੋਏ, ਪਰ ਉਹਨਾਂ ਨੂੰ ਸੰਸਾਰ ਨੇ ਭੁਲਾ ਦੇਣਾ ਕੀਤਾ ਹੈ। ਪਰਮੇਸ਼ਰ ਇੱਕ ਅਜਿਹਾ ਸ਼੍ਰੋਮਣੀ ਰਾਜਾ ਹੈ, ਹਰ ਸਮੇਂ ਜਗਤ ਦੀ ਉਤਪਤੀ ਤੋਂ ਵੀ ਜੋ ਪਹਿਲਾਂ ਸੀਗਾ, ਯੁੱਗਾਂ ਯੁੱਗਾਂ ਵਿੱਚ ਵੀ ਸੱਚਾ ਸੀ, ਉਹਦਾ ਨਾਮ ਵੀ ਸੱਚਾ ਹੈ, ਹੁਣ ਵੀ ਸੱਚ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਸੱਚਾ ਹੋਵੇਗਾ। ਫਿਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਪਹਿਲਾਂ ਵੀ ਜਪਿਆ ਜਾਂਦਾ ਸੀ, ਹੁਣ ਵੀ ਜਪਦੇ ਜਗਤ ਦੇ ਜੀਵ, ਆਉਣ ਵਾਲੇ ਸਮੇਂ ਅੰਦਰ ਵੀ ਜਪਣਗੇ। ਵਾਹਿਗੁਰੂ ਦਾ ਨਾਮ ਨਹੀਂ ਕੋਈ ਭੁਲਾਉਣ ਵਾਲਾ। ਮਹਾਰਾਜ ਸੱਚੇ ਪਾਤਸ਼ਾਹ ਇਸ ਲਈ ਹਜ਼ੂਰ ਨੇ ਉਚਾਰਨ ਕੀਤਾ ਹੈ, ਸਿੱਧੋ ਸਾਚਾ ਸਾਹਿਬ ਸਾਚ ਨਾਏ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸਦੀਵੀ ਕਾਲ ਵਾਸਤੇ ਸੱਚਾ ਹੈ। ਫਿਰ ਪਰਮੇਸ਼ਰ ਦਾ ਨਾਮ ਵੀ ਸਦਾ ਰਹਿਣ ਵਾਲਾ ਹੈ। ਉਸ ਪਰਮੇਸ਼ਰ ਦਾ ਨਾਮ ਵੀ ਸਦਾ ਲਈ ਸੰਸਾਰ ਦੇ ਅੰਦਰ ਸੱਚਾ ਜਾਣਨਾ ਕਰੋ। ਭਾਖਿਆ ਭਾਵ ਅਪਾਰ। ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਿੱਧ ਕਹਿਣ ਲੱਗੇ, ਹੈ ਮਹਾਰਾਜ, ਜਿਵੇਂ ਜਗਤ ਦੇ ਅੰਦਰ ਰਾਜਿਆਂ ਦੇ ਕੋਲ ਜਾ ਕਰਕੇ ਤਿਨਾਂ ਦੀ ਸਲਾਹੁਣਾ ਕੀਤੀ ਜਾਂਦੀ ਹੈ, ਜਾਂ ਮਹਾਰਾਜ ਸੱਚੇ ਪਾਤਸ਼ਾਹ ਜਗਤ ਦੇ ਜਿਤਨੇ ਵੀ ਦੇਸ਼ ਹਨ, ਵਿਦੇਸ਼ ਹਨ, ਵੱਖੋ ਵੱਖਰੇ ਦੇਸ਼ਾਂ ਦੀ ਆਪੋ ਆਪਣੀ ਭਾਸ਼ਾ ਹੈ, ਤੇ ਅਕਾਲ ਪੁਰਖ ਪਰਮੇਸ਼ਰ ਦੇ ਦੇਸ਼ ਦੀ ਕਿਹੋ ਜਿਹੀ ਭਾਸ਼ਾ ਹੈ। ਸਵਾਲ ਤਾਂ ਇਹ ਕੀਤਾ ਚਲਾਕੀ ਦੇ ਨਾਲ ਸਿੱਧਾਂ ਨੇ, ਜੇ ਮਹਾਰਾਜ ਕਹਿ ਦੇਣਗੇ ਕਿ ਇਹ ਪਰਮੇਸ਼ਰ ਦੇ ਦੇਸ਼ ਦੀ ਭਾਸ਼ਾ ਹੈ, ਤੇ ਫਿਰ ਪਤਾ ਲੱਗ ਜਾਵੇਗਾ ਕਿ ਇੱਕੋ ਦੇਸ਼ ਦਾ ਉਹ ਮਾਲਕ ਪਰਮਾਤਮਾ ਹੈ, ਇਸ ਦੇਸ਼ ਦਾ ਉਹ ਮਾਲਕ ਹੈ। ਪਰ ਇਹ ਨਹੀਂ ਸਨ ਜਾਣਦੇ ਕਿ ਉਹ ਪਰਮੇਸ਼ਰ ਤਾਂ ਸਰਬਦੇਸ਼ੀ ਹੈ, ਸਰਬ ਵਿਆਪਕ ਹੈ, ਸਭ ਭਾਸ਼ਾਵਾਂ ਰੂਪ ਹੋ ਕੇ ਪਰਮੇਸ਼ਰ ਆਪ ਬੋਲ ਰਿਹਾ ਹੈ। ਹਜੂਰ ਦੇ ਬਚਨ ਪੜ੍ਹਦੇ ਹਨ, ਸਭੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਕੌਣ ਹੈ ਜਿਹੜਾ ਪਰਮੇਸ਼ਰ ਤੋਂ ਬਿਨਾਂ ਆਪ ਵਿੱਚ ਬੋਲਦਾ ਹੋਵੇ? ਜਗਤ ਦੇ ਤਮਾਮ ਛੋਟੇ ਔਰ ਵੱਡੇ ਆਕਾਰਾਂ ਦੇ ਜੀਵ ਤਾਂ ਇੱਕ ਸਾਜ਼ਾਂ ਦੀ ਤਰ੍ਹਾਂ ਹਨ। ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਫਰਮਾਨ ਕੀਤਾ, ਜਿਵੇਂ ਸਾਧ ਸੰਗਤ ਜੀ ਇੱਕ ਸਾਜ਼ ਹੁੰਦਾ ਹੈ, ਹਾਰਮੋਨੀਅਮ ਹੁੰਦਾ ਹੈ ਔਰ ਤੰਤੀ ਸਾਜ਼ ਹੁੰਦੇ ਆ, ਰਬਾਬ ਹੈ, ਤਾਨਪੁਰਾ ਹੈ, ਕਿੰਨੇ ਸਾਜ਼ ਹਨ। ਇਹ ਸਾਜ਼ ਆਪਣੇ ਆਪ ਨਹੀਂ ਵੱਜਦੇ, ਜਿੰਨੀ ਦੇਰ ਤੱਕ ਵਜਾਉਣ ਵਾਲਾ ਜਿਹੜਾ ਸਾਜੀ ਹੁੰਦਾ ਹੈ, ਰਾਗੀ ਹੁੰਦਾ ਹੈ, ਜਿਹੋ ਜਿਹਾ ਰਾਗ ਅਲਾਪਣਾ ਚਾਹੇ, ਜਿਹੋ ਜਿਹੀ ਆਵਾਜ਼ ਕੱਢਣੀ ਚਾਹੇ ਨਾ, ਉਸੇ ਤਰ੍ਹਾਂ ਹੀ ਸਾਧ ਸੰਗਤ ਜੀ ਉਹਦੇ ਵਿੱਚੋਂ ਆਵਾਜ਼ ਨਿਕਲਦੀ ਹੈ। ਤੇ ਸੰਸਾਰ ਦੇ ਜਿਤਨੇ ਵੀ ਪੈਦਾ ਕੀਤੇ ਹੋਏ ਜੀਵ ਹੈ ਨਾ, ਸਭ ਦੀ ਸੁਰ ਅਕਾਲ ਪੁਰਖ ਪਰਮੇਸ਼ਰ ਦੇ ਹੱਥਾਂ ਵਿੱਚ ਹੈ। ਜਿਵੇਂ ਕੋਈ ਰਾਗੀ ਸਿੰਘ ਰਾਗ ਅਲਾਪਣਾ ਚਾਹੇ, ਹਾਰਮੋਨੀਅਮ ਕੋਲ ਹੋਵੇ, ਉਹ ਚਾਹੇ ਰੀਤ ਪੜ੍ਹਦਾ ਹੈ, ਚਾਹੇ ਰਾਗ ਦੇ ਵਿੱਚੋਂ ਆਵਾਜ਼ ਪ੍ਰਗਟ ਕਰਦਾ ਹੈ, ਪਰ ਜਿਵੇਂ ਜਿਵੇਂ ਹੱਥ ਸਪਰਸ਼ ਹੁੰਦਾ ਤਿਵੇਂ ਤਿਵੇਂ ਆਵਾਜ਼ ਸਾਧ ਸੰਗਤ ਜੀ ਪ੍ਰਗਟ ਹੁੰਦੀ ਹੈ। ਔਰ ਰਬਾਬ ਹੈ ਨਾ, ਸਾਰਾ ਲੱਕੜ ਦਾ ਢਾਂਚਾ ਬਣਿਆ ਹੁੰਦਾ ਹੈ, ਬਰੀਕ ਜੀ ਤਾਰ ਹੁੰਦੀ ਹੈ, ਤੇ ਜਦੋਂ ਉਹਦੇ ਨਾਲ ਹੱਥ ਸਪਰਸ਼ ਹੁੰਦਾ ਮਨੁੱਖ ਦਾ, ਤੇ ਫਿਰ ਉਹਦੇ ਵਿੱਚੋਂ ਆਵਾਜ਼ ਪ੍ਰਗਟ ਹੁੰਦੀ ਹੈ। ਆਪਣੇ ਆਪ ਉਹ ਲੱਕੜ ਦੇ ਢਾਂਚੇ ਵਿੱਚੋਂ ਆਵਾਜ਼ ਨਹੀਂ ਪ੍ਰਗਟ ਹੁੰਦੀ। ਇਵੇਂ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਬਚਨ ਕੀਤਾ ਹੈ, ਐਸੇ ਜਗਤ ਦੇ ਤਮਾਮ ਪੈਦਾ ਕੀਤੇ ਹੋਏ ਜੀਵ ਹੈ, ਹਰ ਇੱਕ ਜੀਵ ਦੇ ਅੰਦਰੋਂ ਪਰਮੇਸ਼ਰ ਆਪ ਬੋਲ ਰਿਹਾ ਹੈ। ਚਾਹੇ ਕਿਸੇ ਵੀ ਦੇਸ਼ ਦਾ ਹੋਵੇ, ਕਿਸੇ ਵੀ ਤਰ੍ਹਾਂ ਦੀ ਕੋਈ ਬੋਲੀ ਬੋਲਣ ਵਾਲਾ ਹੋਵੇ, ਕਿਸੇ ਵੀ ਪ੍ਰਕਾਰ ਦੀ ਭਾਸ਼ਾ ਵਿੱਚ ਗੱਲ ਕਰਨ ਵਾਲਾ ਹੋਵੇ, ਹਰ ਇੱਕ ਭਾਸ਼ਾ ਰੂਪ ਹੋ ਕੇ ਪਰਮੇਸ਼ਰ ਆਪ ਵਰਤਦਾ ਹੈ। ਇਸ ਲਈ ਹਜੂਰ ਕਹਿਣ ਲੱਗੇ, ਹੈ ਸਿੱਧੋ ਭਾਖਿਆ ਭਾਉ ਅਪਾਰ। ਉਹ ਅਕਾਲ ਪੁਰਖ ਵਾਹਿਗੁਰੂ ਜੋ ਪਰਮੇਸ਼ਰ ਹੈ, ਸਭ
ਭਾਸ਼ਾਵਾਂ ਰੂਪ ਹੋ ਕਰਕੇ ਪਰਮੇਸ਼ਰ ਆਪ ਵਰਤਦਾ ਹੈ। ਜਿਵੇਂ ਪੰਜਾਬੀ ਭਾਸ਼ਾ, ਗੁਰਮੁਖੀ ਭਾਸ਼ਾ, ਹਿੰਦੀ ਹੈ, ਅੰਗਰੇਜ਼ੀ ਹੈ, ਸੰਸਕ੍ਰਿਤ ਹੈ, ਪਹਿਲਵੀ ਹੈ, ਪਸਤਵੀ ਹੈ, ਕਿੰਨੇ ਪ੍ਰਕਾਰ ਦੀ ਕੋਈ ਅੰਤ ਹੀ ਨਹੀਂ, ਕਿੰਨੇ ਪ੍ਰਕਾਰ ਦੀਆਂ ਭਾਸ਼ਾਵਾਂ ਨੇ। ਤੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਸਰਬ ਵਿਆਪਕ ਹੋਣੇ ਕਰਕੇ ਸਭ ਜਗਤ ਦੇ ਜੀਵਾਂ ਰੂਪ ਹੋ ਕਰਕੇ ਆਪ ਹੀ ਭਾਖਿਆ ਉਚਾਰਨ ਕਰਦਾ। ਭਾਖਿਆ ਭਾਉ ਅਪਾਰ। ਤੇ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਹਨ, ਕੋਈ ਵੀ ਅਕਾਲ ਪੁਰਖ ਪਰਮੇਸ਼ਰ ਨੂੰ ਭਾਵਨਾ ਦੇ ਨਾਲ ਗਾ ਲਵੇ। ਭਾਉ ਕਹਿੰਦੇ ਨੇ ਪਿਆਰ ਨੂੰ, ਹਿਰਦੇ ਅੰਦਰ ਪਿਆਰ ਧਾਰਨ ਕਰਕੇ ਜੇ ਪਰਮੇਸ਼ਰ ਨੂੰ ਗਾਵੇ ਤੇ ਅਪਾਰ, ਜਿਸ ਦੇ ਉਰਾਰ ਪਾਰ ਦਾ ਕਦੇ ਅੰਤ ਨਹੀਂ ਪਾਇਆ ਜਾ ਸਕਦਾ, ਉਸ ਅਪਾਰ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ ਹੈ। ਉਸ ਅਪਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਸਰੂਪ ਜੀਵ ਨੂੰ ਮਿਲ ਜਾਂਦਾ ਹੈ, ਵਾਹਿਗੁਰੂ ਦੀ ਅਭੇਰਤਾ ਪਾ ਲੈਂਦਾ ਹੈ ਜੇ ਭਾਵਨਾ ਦੇ ਨਾਲ ਵਾਹਿਗੁਰੂ ਦਾ ਨਾਮ ਭਾਖਿਆ ਉਚਾਰਨ ਕਰਦਾ ਹੈ। ਕਿਉਂਕਿ ਸਾਧ ਸੰਗਤ ਜੀ, ਸਤਿਗੁਰੂ ਜੀ ਨੇ ਫਰਮਾਨ ਕੀਤਾ, ਗੋਬਿੰਦ ਭਾਉ ਭਗਤ ਕਾ ਭੁੱਖਾ। ਪਰਮੇਸ਼ਰ ਪਿਆਰ ਦਾ ਭੁੱਖਾ ਹੈ, ਨਾ ਕਿ ਦੁਨੀਆ ਦੀਆਂ ਦਾਤਾਂ, ਜਗਤ ਦੇ ਤਰ੍ਹਾਂ ਤਰ੍ਹਾਂ ਦੇ ਪਦਾਰਥਾਂ, ਵਸਤੂਆਂ, ਭੇਟਾਵਾਂ ਅਰਪਣ ਕਰਨੇ ਦਾ। ਉਹ ਪਰਮੇਸ਼ਰ ਨੂੰ ਸਾਧ ਸੰਗਤ ਜੀ ਰੱਤਾ ਭਾਵ ਕੋਈ ਦੁਨੀਆ ਦੇ ਪਦਾਰਥਾਂ ਦੀ ਤਮਾ ਨਹੀਂ। ਭਾਵੇਂ ਜਿਤਨੇ ਮਰਜ਼ੀ ਦੁਨੀਆ ਦੇ ਪਦਾਰਥ ਅਰਪਣ ਕਰੀ ਜਾਈਏ, ਤਰ੍ਹਾਂ ਤਰ੍ਹਾਂ ਦੀਆਂ ਵਸਤੂਆਵਾਂ ਭੇਟਾਵਾਂ ਕਰੀ ਜਾਈਏ, ਪਰ ਜੇ ਹਿਰਦੇ ਅੰਦਰ ਪਿਆਰ ਨਹੀਂ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵਾਹਿਗੁਰੂ ਨੂੰ ਕਦੇ ਪ੍ਰਸੰਨ ਨਹੀਂ ਕੀਤਾ ਜਾ ਸਕਦਾ। ਇਹ ਸਾਰੀ ਜਿਤਨੀ ਵੀ ਇਹ ਪਰਮਾਰਥ ਦੇ ਰਸਤੇ ਤੇ ਚੱਲਣ ਦੀ ਖੇਡ ਹੈ ਨਾ, ਇਹ ਸਾਰੀ ਪਿਆਰ ਤੇ ਪ੍ਰੇਮ ਤੇ ਟਿਕੀ ਹੋਈ ਹੈ। ਗੁਰੂ ਕਲਗੀਧਰ ਪਿਤਾ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਵੀ ਅਸੀਂ ਬਚਨ ਪੜ੍ਹਦੇ ਹਾਂ। ਹਜੂਰ ਨੇ ਫਰਮਾਨ ਕੀਤਾ ਹੈ ਨਾ, ਕਹਾ ਭਇਓ ਜੋ ਦੋ ਲੋਚਨ ਮੂੰਦ ਕੈ, ਬੈਠ ਰਹਿਓ ਬਗ ਧਿਆਨ ਲਗਾਇਓ, ਨਾਤ ਫਿਰਿਓ ਲੀਏ ਸਾਤ ਸਮੁੰਦਰਨ, ਲੋਕ ਗਇਓ ਪਰ ਲੋਕ ਗਵਾਇਓ, ਬਾਸ ਕੀਓ ਬਿਖਿਆਨ ਸੋ ਬੈਠ ਕੈ, ਐਸੇ ਹੀ ਐਸੇ ਸੋ ਬੈਸ ਬਿਤਾਇਓ, ਸਾਚ ਕਹਾਂ ਸੁਨ ਲੇਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਕਿੰਨਾਂ ਨੇ ਪ੍ਰਭੂ ਨੂੰ ਪਾਇਆ, ਕਿੰਨਾਂ ਨੂੰ ਅਪਾਰ ਵਾਹਿਗੁਰੂ ਦੇ ਸਰੂਪ ਦੀ ਪ੍ਰਾਪਤੀ ਹੋਈ, ਜਿਨ੍ਹਾਂ ਨੇ ਪ੍ਰੇਮ ਕੀਤਾ ਹੈ। ਐਸੀ ਸਾਧ ਸੰਗਤ ਜੀ, ਇਹ ਪਿਆਰ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦਾ ਪ੍ਰੇਮ ਧਾਰਨ ਕਰਨ ਦੀ ਅਮੋਲਕ ਦਾਤ ਹੈ। ਤੇ ਸਤਿਗੁਰੂ ਜੀ ਫਰਮਾਉਂਦੇ ਹੈ, ਸਿੱਧੋ ਭਾਖਿਆ ਭਾਉ ਅਪਾਰ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਪਿਆਰ ਦੇ ਵਿੱਚ ਭੇਜ ਕਰਕੇ ਉਚਾਰਨੇ ਕਰਕੇ ਅਪਾਰ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ ਹੈ। ਜਿਵੇਂ ਸਾਧ ਸੰਗਤ ਜੀ, ਜੋ ਭਗਤ ਰਾਮਾਨੰਦ ਜੀ ਦੇ ਜੀਵਨ ਦੀ ਕਥਾ ਦੇ ਵਿੱਚੋਂ ਇੱਕ ਜ਼ਿਕਰ ਆਉਂਦਾ ਹੈ, ਕੋਈ ਪ੍ਰੇਮੀ ਸੀਗਾ ਤੇ ਨੀਵੀਂ ਜਾਤ ਵਾਲਾ, ਕਿਉਂਕਿ ਸ਼ੂਦਰ ਨੂੰ ਕਦੇ ਸਾਧ ਸੰਗਤ ਜੀ ਉਪਦੇਸ਼ ਨਹੀਂ ਸਨ ਦਿੰਦੇ। ਭਗਤ ਕਬੀਰ ਸਾਹਿਬ ਜੀ ਨੂੰ ਜਿਵੇਂ ਉਪਦੇਸ਼ ਇਵੇਂ ਨਹੀਂ ਸੀ ਦਿੱਤਾ, ਆਪਣੀ ਸ਼ਰਨ ਦੇ ਵਿੱਚ ਬੁਲਾ ਕਰਕੇ ਜਿਵੇਂ ਹੋਰ ਪ੍ਰੇਮੀਆਂ ਨੂੰ, ਜਗਿਆਸੂਆਂ ਨੂੰ ਉਪਦੇਸ਼ ਦਿੰਦੇ ਸਨ। ਜਦੋਂ ਗੰਗਾ ਇਸ਼ਨਾਨ ਕਰਨ ਦੇ ਵਾਸਤੇ ਜਾਇਆ ਕਰਦੇ ਤੇ ਅੰਮ੍ਰਿਤ ਵੇਲੇ ਉੱਥੇ ਪੌੜੀਆਂ ਦੇ ਵਿੱਚ ਲੇਟ ਗਏ ਸਨ ਭਗਤ ਕਬੀਰ ਸਾਹਿਬ ਜੀ। ਤੇ ਜਦੋਂ ਲੰਘਦਿਆਂ ਹੋਇਆਂ ਪੈਰ ਨੂੰ ਠੇਡਾ ਲੱਗਾ ਤੇ ਕਹਿਣ ਲੱਗੇ, ਰਾਮ ਕੇ ਰਾਮ ਕਹੋ। ਇਹੋ ਉਪਦੇਸ਼ ਜੀਵਨ ਦੇ ਵਿੱਚ ਕਮਾਇਆ ਤੇ ਇੰਨਾ ਜ਼ਿਆਦਾ ਪ੍ਰਤਾਪ ਜਗਤ ਅੰਦਰ ਹਰ ਕੋਈ ਭਗਤ ਕਬੀਰ ਸਾਹਿਬ ਜੀ ਨੂੰ ਯਾਦ ਕਰਦਾ ਹੈ। ਹਰ ਕੋਈ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਜਿਵੇਂ ਸੀਸ ਝੁਕਾਉਂਦਾ ਹੈ, ਤਿਵੇਂ ਭਗਤ ਕਬੀਰ ਸਾਹਿਬ ਜੀ ਭਾਵੇਂ ਨੀਵੀਂ ਜਾਤ ਦੇ ਵਿੱਚ ਜਨਮ ਲਿਆ, ਪਰ ਸਾਧ ਸੰਗਤ ਜੀ ਹਰ ਕੋਈ ਭਗਤ ਕਬੀਰ ਸਾਹਿਬ ਜੀ ਦਾ ਨਾਮ ਯਾਦ ਕਰਦਾ ਹੈ। ਕਿਤਨਾ ਜ਼ਿਆਦਾ ਪ੍ਰਤਾਪ, ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼, ਐਸੀ ਬ੍ਰਹਮ ਗਿਆਨ ਦੀ ਅਵਸਥਾ ਪ੍ਰਾਪਤ ਹੋ ਗਈ। ਪਿਆਰ ਦੇ ਵਿੱਚ ਭੇਜ ਕੇ ਪਰਮੇਸ਼ਰ ਨੂੰ ਯਾਦ ਕੀਤਾ ਸੀ। ਰਾਮ ਕੇ ਰਾਮ ਕਹੋ, ਇਹੋ ਹੀ ਜੀਵਨ ਦੇ ਵਿੱਚ ਸਾਧ ਸੰਗਤ ਉਪਦੇਸ਼ ਕਮਾਇਆ ਸੀਗਾ। ਪ੍ਰੇਮ ਦੇ ਨਾਲ ਪਰਮੇਸ਼ਰ ਦਾ ਭਜਨ ਕੀਤਾ, ਭਾਵ ਭਗਤੀ ਜੀਵਨ ਦੇ ਵਿੱਚ ਕਮਾਈ ਕੀਤੀ ਸੀ। ਤਿਵੇਂ ਹੀ ਸਾਧ ਸੰਗਤ ਜ਼ਿਕਰ ਆਉਂਦਾ ਹੈ, ਕੋਈ ਪ੍ਰੇਮੀ ਮਨ ਦੇ ਵਿੱਚ ਭਾਵਨਾ ਬਣਾ ਕੇ, ਜਗਿਆਸਤਾ ਮਨ ਵਿੱਚ ਭਾਵਨਾ ਧਾਰਨ ਕਰਕੇ ਤੇ ਭਗਤ ਰਾਮਾਨੰਦ ਜੀ ਕੋਲ ਆਇਆ, ਪਰ ਮਨ ਵਿੱਚ ਇਹ ਨਿਸ਼ਚੈ ਕਰਕੇ ਧਾਰਿਆ ਕਿ ਜਦੋਂ ਇਕਾਂਤ ਵਿੱਚ ਹੋਣਗੇ ਨਾ, ਇਕੱਲੇ ਹੋਣਗੇ, ਫਿਰ ਮੈਂ ਇਹਨਾਂ ਨੂੰ ਬੇਨਤੀ ਕਰਾਂਗਾ ਤੇ ਇਹਨਾਂ ਤੋਂ ਦੀਖਿਆ ਦਾਨ ਲਵਾਂਗਾ, ਇਹਨਾਂ ਤੋਂ ਨਾਮ ਦੀ ਦਾਤ ਫਿਰ ਮੰਗਾਂਗਾ। ਤੇ ਵੇਲ ਮਿਲਿਆ ਇਹਨੇ ਕਰੇ, ਬਹੁਤ ਸਾਰੇ ਪ੍ਰੇਮੀ ਸੰਗਤਾਂ ਆ ਕੇ ਉਪਦੇਸ਼ ਧਾਰਨ ਕਰਿਆ ਕਰਨ, ਹੋਰ ਵੀ ਬਹੁਤ ਸਾਰੇ ਜਗਿਆਸੂ ਆਇਆ ਕਰਨ, ਤੇ ਉਹ ਪ੍ਰੇਮੀ ਨੂੰ ਕਦੇ ਸਮਾਂ ਹੀ ਨਾ ਮਿਲਿਆ।
ਇੱਕ ਦਿਨ ਕੀ ਹੋਇਆ ਕਿ ਭਗਤ ਰਾਮਾਨੰਦ ਜੀ ਕਿਰਿਆ ਵਾਸਤੇ ਤੁਰੇ ਜਾ ਰਹੇ ਸਨ। ਕੁਝ ਨਾਲ 2-4 ਚੇਲੇ ਉਹ ਪਿੱਛੇ ਖਲੋ ਗਏ, ਹੱਥ ਵਿੱਚ ਲੋਟਾ ਫੜਿਆ ਤੇ ਅੱਗੇ ਚਲੇ ਗਏ ਕਿਰਿਆ ਦੇ ਵਾਸਤੇ। ਉਹ ਪ੍ਰੇਮੀ ਪਿੱਛੇ ਪਿੱਛੇ ਤੁਰਿਆ ਜਾਂਦਾ ਸੀ। ਦੇਖਿਆ ਕਿ ਹੁਣ ਇਕਾਂਤ ਦੇ ਵਿੱਚ ਨੇ, ਕੋਈ ਨੇੜੇ ਨਹੀਂ, ਤੇ ਭੱਜ ਕੇ ਜਾ ਕੇ ਭਗਤ ਰਾਮਾਨੰਦ ਜੀ ਦੇ ਚਰਨ ਪਕੜ ਲਏ। ਕਹਿਣ ਲੱਗਾ, ਮਹਾਰਾਜ ਮੈਨੂੰ ਨਾਮ ਦੀ ਦਾਤ ਦੇਵ। ਤੇ ਅੱਗੋਂ ਕਹਿਣ ਲੱਗੇ, ਪ੍ਰੇਮੀਆ ਇਹ ਕੋਈ ਨਾਮ ਦੀ ਦਾਤ ਲੈਣ ਦਾ ਸਮਾਂ, ਜਾਂ ਚਲਿਆ ਜਾ ਫੇਰ ਆਵੀਂ। ਤੇ ਚਰਨ ਛੱਡੇ ਹੀ ਨਾ। ਕਹਿੰਦਾ, ਨਹੀਂ ਮਹਾਰਾਜ ਮੈਨੂੰ ਨਾਮ ਦੀ ਦਾਤ ਦੇਵ। ਮੈਂ ਬੜੇ ਕਿੰਨੇ ਸਮੇਂ ਦਾ ਮਹਾਰਾਜ ਇਕਾਂਤ ਜਗ੍ਹਾ ਭਾਲਦਾ ਸੀ ਕਿ ਜਦੋਂ ਤੁਸੀਂ ਇਕੱਲੇ ਹੋਵੋਗੇ ਤੇ ਫਿਰ ਮੈਨੂੰ ਨਾਮ ਦੀ ਦਾਤ ਮਿਲੇਗੀ। ਤੇ ਹੁਣ ਸਮਾਂ ਆਇਆ ਮਹਾਰਾਜ, ਤੁਹਾਨੂੰ ਮੈਂ ਇਕੱਲਿਆਂ ਨੂੰ ਇੱਥੇ ਦੇਖਿਆ ਤਾਂ ਭੱਜ ਕੇ ਆਏ, ਤੇ ਮੈਨੂੰ ਹੁਣ ਨਾਮ ਦੀ ਦਾਤ ਦੇਵ। ਫਿਰ ਕਿਹਾ, ਪ੍ਰੇਮੀਏ ਹੁਣ ਸਮਾਂ ਨਹੀਂ ਨਾਮ ਦੀ ਦਾਤ ਦੇਣ ਦਾ, ਤੂੰ ਚਲਿਆ ਜਾ ਫੇਰ ਆਵੀਂ। ਫਿਰ ਬਾਰ-ਬਾਰ ਕਹੀ ਜਾਂਦਾ, ਚਰਨ ਛੱਡੇ ਹੀ ਨਾ। ਤੇ ਹੱਥ ਵਿੱਚ ਲੋਟਾ ਫੜਿਆ ਹੋਇਆ ਸੀ। ਕਹਿੰਦੇ, ਭੱਜ ਜਾ ਨਹੀਂ ਤੇ ਲੋਟਾ ਮਾਰਾਂਗੇ। ਜਦੋਂ ਇਉਂ ਕਿਹਾ ਤੇ ਸਾਧ ਸੰਗਤ ਚਰਨ ਛੱਡ ਕੇ ਤੇ ਉਹ ਪ੍ਰੇਮੀ ਚਲਾ ਗਿਆ। ਜੀਵਨ ਦੇ ਵਿੱਚ, ਪਿਆਰ ਦੇ ਵਿੱਚ ਇਹੋ ਹੀ ਸਾਧ ਸੰਗਤ ਜੀ, ਉਹਨੇ ਨਾਮ ਦੀ ਦਾਤ ਜਾਣ ਕੇ ਤੇ ਪਰਮੇਸ਼ਰ ਨੂੰ ਯਾਦ ਕਰੀ ਜਾਂਦਾ ਹੈ। ਹਿਰਦੇ ਅੰਦਰ ਪਿਆਰ ਜ਼ਰੂਰ ਹੈ, ਪਰ ਇਹ ਨਹੀਂ ਪਤਾ ਕਿ ਮੈਂ ਕੀ ਜਪਦਾ ਪਿਆ। ਇਹੋ ਹੀ ਜਾਪ ਕਰੀ ਜਾਂਦਾ, ਭੱਜ ਜਾ ਲੋਟਾ ਮਾਰਾਂਗੇ, ਭੱਜ ਜਾ ਲੋਟਾ ਮਾਰਾਂਗੇ। ਇਹਦਾ ਤਾਤ ਪਰ ਜੇ ਸਮਝ ਕਰਕੇ, ਕਿਉਂਕਿ ਸਾਧ ਸੰਗਤ ਜੀ ਜਿਹੜਾ ਸਰੋਤਾ ਹੁੰਦਾ ਹੈ, ਜੇ ਤਤ ਨੂੰ ਸਿਧਾਂਤ ਨੂੰ ਸਮਝ ਲਵੇ ਨਾ ਤੇ ਉਹਦਾ ਜੀਵਨ ਕਰਤਾਰਤ ਹੋ ਜਾਂਦਾ ਹੈ। ਜੇ ਸਿਧਾਂਤ ਨੂੰ ਸਮਝ ਲਵੇ, ਤਾਤ ਪਰ ਜੇ ਸਮਝ ਲਵੇ ਕਿ ਉਪਦੇਸ਼ ਕੀ ਬਖਸ਼ਿਸ਼ ਕੀਤਾ ਹੈ, ਸਮਝ ਵੀ ਤਾਂ ਹੀ ਪੈਂਦੀ ਹੈ। ਤੇ ਇਹ ਜਦੋਂ ਤਾਤ ਪਰ ਸਮਝ ਲਿਆ ਤੇ ਬੜਾ ਉਹਦਾ ਪ੍ਰਤਾਪ ਵੱਧ ਗਿਆ। ਜਾਪ ਕਰੀ ਜਾਣਾ ਨਿਤ ਹੀ ਪਿਆਰ ਦੇ ਵਿੱਚ ਭਿੱਜ ਕਰਕੇ। ਜਦੋਂ ਬੜਾ ਪ੍ਰਤਾਪ ਵਧਿਆ ਤੇ ਜਿਹੜੇ ਹੋਰ ਨਾਲ ਦੇ ਜਿਹੜੇ ਜਗਿਆਸੂ ਪ੍ਰੇਮੀ ਸਨ ਭਗਤ ਰਾਮਾਨੰਦ ਜੀ ਦੇ, ਕਹਿਣ ਲੱਗੇ, ਮਹਾਰਾਜ ਉਸ ਪ੍ਰੇਮੀ ਨੂੰ ਤੁਸਾਂ ਨੇ ਕੋਈ ਹੋਰ ਮੰਤਰ ਦੀ ਦਾਤ ਦਿੱਤੀ ਹੈ, ਕੋਈ ਜ਼ਿਆਦਾ ਸ਼ਕਤੀ ਵਾਲਾ ਤੁਸੀਂ ਮੰਤਰ ਦਿੱਤਾ, ਉਹਦਾ ਪ੍ਰਤਾਪ ਬੜਾ ਵੱਧ ਗਿਆ, ਦਿਨਾਂ ਦੇ ਵਿੱਚ ਹੀ ਬੜਾ ਪ੍ਰਤਾਪ ਵੱਧ ਗਿਆ। ਸਾਨੂੰ ਇੰਨਾ ਸਮਾਂ ਹੋ ਗਿਆ ਤੁਹਾਡੇ ਕੋਲ ਰਹਿੰਦਿਆਂ ਤੇ ਸਾਨੂੰ ਵੀ ਉੱਦਾਂ ਦੀ ਮੰਤਰ ਦੀ ਦਾਤ ਦਿੰਦੇ ਸਾਂ। ਸਾਡੇ ਨਾਲੋਂ ਜ਼ਿਆਦਾ ਸ਼ਕਤੀ ਵਾਲਾ ਕੋਈ ਮੰਤਰ ਦਿੱਤਾ ਉਹ ਪ੍ਰੇਮੀ ਨੂੰ। ਭਗਤ ਰਾਮਾਨੰਦ ਜੀ ਕਹਿੰਦੇ, ਸਾਡੇ ਕੋਲ ਬੁਲਾ ਕੇ ਲਿਆਓ ਉਹਨੂੰ, ਅਸੀਂ ਨਹੀਂ ਉਹਨੂੰ ਕੋਈ ਮੰਤਰ ਦੀ ਦਾਤ ਦਿੱਤੀ। ਜਦੋਂ ਲੈ ਕੇ ਆਏ ਤੇ ਆ ਕੇ ਬੜੇ ਪ੍ਰੇਮ ਦੇ ਨਾਲ ਚਰਨਾਂ ਤੇ ਸੀਸ ਝੁਕਾਇਆ, ਨਮਸਕਾਰ ਕੀਤੀ। ਭਗਤ ਰਾਮਾਨੰਦ ਜੀ ਪੁੱਛਣ ਲੱਗੇ, ਪ੍ਰੇਮੀਆ ਤੂੰ ਨਾਮ ਦੀ ਦਾਤ ਕਿੱਥੋਂ ਪ੍ਰਾਪਤ ਕੀਤੀ? ਤੇਰਾ ਬੜਾ ਪ੍ਰਤਾਪ ਵਧਿਆ। ਕਹਿਣ ਲੱਗਾ, ਮਹਾਰਾਜ ਤੁਸੀਂ ਮੈਨੂੰ ਨਾਮ ਦੀ ਦਾਤ ਦਿੱਤੀ ਸੀ। ਕਹਿੰਦੇ, ਅਸੀਂ ਕਦੋਂ ਤੈਨੂੰ ਨਾਮ ਦੀ ਦਾਤ ਦਿੱਤੀ? ਕਹਿਣ ਲੱਗੇ, ਜਦੋਂ ਤੁਸੀਂ ਕਿਰਿਆ ਵਾਸਤੇ ਜਾ ਰਹੇ ਸੀ ਤੇ ਮੈਂ ਤੁਹਾਨੂੰ ਇਕਾਂਤ ਜਗ੍ਹਾ ਵੀ ਚਰਨ ਪਕੜ ਕੇ ਕਿਹਾ ਸੀ, ਮਹਾਰਾਜ ਨਾਮ ਦੀ ਦਾਤ ਦੇਵ। ਬਾਰ-ਬਾਰ ਜਦੋਂ ਮੈਂ ਜਿੱਦ ਕੀਤੀ ਸੀ ਤੇ ਤੁਸਾਂ ਨੇ ਕਿਹਾ, ਭੱਜ ਜਾ ਲੋਟਾ ਮਾਰਾਂਗੇ। ਤੇ ਇਸੇ ਨੂੰ ਮਹਾਰਾਜ ਇਹਦਾ ਮੈਂ ਨਾਮ ਦੀ ਦਾਤ ਸਮਝ ਕਰਕੇ ਪਰਮੇਸ਼ਰ ਦਾ ਭਜਨ ਕਰਦਾ ਰਿਹਾ। ਫਿਰ ਕਹਿਣ ਲੱਗੇ, ਇਹਦਾ ਤਾਤ ਪਰਜ ਕੀ ਸਮਝਿਆ ਤੇ ਇਹਦੇ ਵਿੱਚੋਂ ਕੀ ਤੱਤ ਸਮਝਿਆ ਸੀ? ਕਹਿਣ ਲੱਗਾ, ਮਹਾਰਾਜ ਮੈਂ ਇਹ ਤੱਤ ਸਮਝਿਆ ਸੀਗਾ ਕਿ ਸਰੀਰ ਰੂਪੀ ਲੋਟੇ ਵਿੱਚੋਂ ਭੱਜ ਜਾ, ਨਹੀਂ ਤਾਂ ਜੂਨਾਂ ਵਿੱਚ ਭਟਕਦਾ ਹੋਇਆ ਬਾਰ-ਬਾਰ ਮਰਦਾ ਰਹੇਗਾ। ਇਹ ਆਪਣੇ ਆਪ ਨੂੰ ਮੈਂ ਇਹ ਸੰਬੋਧਨ ਕਰਕੇ ਇਹ ਤਾਤ ਪਰ ਸਮਝ ਕੇ ਤੇ ਪਰਮੇਸ਼ਰ ਦਾ ਭਜਨ ਕਰਦਾ ਰਿਹਾ। ਇਹੋ ਪਿਆਰ ਦੇ ਵਿੱਚ ਭਿੱਜ ਕੇ ਪਰਮਾਤਮਾ ਨੂੰ ਯਾਦ ਕਰਦਾ ਰਿਹਾ ਤੇ ਮਹਾਰਾਜ ਸੱਚੇ ਪਾਤਸ਼ਾਹ ਆਪ ਨੇ ਕਿਰਪਾ ਕੀਤੀ ਸੀ। ਤੇ ਸਾਧ ਸੰਗਤ ਜੀ, ਭਗਤ ਰਾਮਾਨੰਦ ਜੀ ਬੜੇ ਪ੍ਰਸੰਨ ਹੋਏ, ਘੁੱਟ ਕਰਕੇ ਗਲ ਵਕੜੀ ਵਿੱਚ ਲੈ ਲਿਆ ਤੇ ਨਾਲ ਦੇ ਪ੍ਰੇਮੀਆਂ ਨੂੰ ਦੱਸਿਆ। ਕਹਿੰਦੇ, ਇਹਦੇ ਪਿਆਰ, ਸ਼ਰਧਾ, ਭਾਵਨਾ ਤੇ ਕਮਾਈ ਨੂੰ ਫਲ ਲੱਗਾ ਹੈ। ਭਾਵਨਾ ਪ੍ਰੇਮ ਦੇ ਨਾਲ ਤੇ ਇਹਦੇ ਅੰਦਰ ਸ਼ਰਧਾ ਧਾਰਨ ਕੀਤੀ, ਭਰੋਸਾ ਰੱਖਿਆ, ਨਿਸ਼ਚਾ ਰੱਖਿਆ ਤੇ ਜੀਵਨ ਦੇ ਵਿੱਚ ਕਮਾਈ ਕੀਤੀ ਹੈ ਤੇ ਇਹਨੂੰ ਭਾਗ, ਉਹਨੂੰ ਫਲ ਲੱਗੇ ਹੈ। ਇਸ ਲਈ ਸਾਧ ਸੰਗਤ ਜੀ, ਜੋ ਪਿਆਰ ਦੇ ਵਿੱਚ ਭਿੱਜ ਕੇ ਪਰਮੇਸ਼ਰ ਨੂੰ ਯਾਦ ਕਰਨਾ ਹੈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਅਪਾਰ ਜਿਸ ਦੇ ਉਰਾਰ ਪਾਰ ਦਾ ਅੰਤ ਪੈ ਹੀ ਨਹੀਂ ਸਕਦਾ, ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਹੋ ਜਾਂਦੀ ਹੈ। ਤੇ ਸਾਧ ਸੰਗਤ ਜੀ, ਦਸਮ ਪਿਤਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਇੱਕ ਬਜ਼ੁਰਗ ਮਾਤਾ ਸਤਿਗੁਰੂ ਜੀ ਨੂੰ ਬੜੇ ਪਿਆਰ ਦੇ ਵਿੱਚ ਭੇਜ ਕਰਕੇ ਯਾਦ ਕਰਦੀ, ਪਰ ਸਤਿਗੁਰਾਂ ਦੀ ਵਡਿਆਈ ਦੇ ਵਿੱਚ ਆਪਣੀ ਰਸਨਾ ਤੋਂ ਬੋਲ ਨਹੀਂ ਸੀ ਬੋਲਦੀ। ਇਹ ਮਹਾਰਾਜ ਸੱਚੇ ਪਾਤਸ਼ਾਹ ਅੰਤਰਜਾਮੀ ਸਤਿਗੁਰੂ ਜੀ ਜਾਣਦੇ ਸਨ। ਤੇ ਆ ਕੇ ਕਹਿਣ ਲੱਗੀ, ਮਹਾਰਾਜ ਤੁਸੀਂ ਪਤਿਤ ਮੈਂ ਪਾਵਨ ਹਾਂ, ਮਹਾਰਾਜ ਮੈਂ
ਮੈਂ ਦਿਆਲੂ ਤੁਸੀਂ ਦੀਨ ਹੋ, ਇਦਾਂ ਦੇ ਬਚਨ ਕਰੀ ਜਾਵੇ। ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਜਿਹੜੇ ਸਿੰਘ ਖੜੇ ਸਨ, ਉਹ ਜਦੋਂ ਤਾੜਨਾ ਕਰਕੇ ਕਹਿਣ ਲੱਗੇ, ਹੇ ਮਾਤਾ ਤੂੰ ਸਤਿਗੁਰੂ ਜੀ ਦਾ ਨਿਰਾਦਰ ਕਰ ਰਹੀ ਹੈ, ਕਿੱਦਾਂ ਦੇ ਬੋਲ ਰਹੀ ਹੈ। ਤੇ ਸਾਧ ਸੰਗਤ ਉਸ ਸਮੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਨਹੀਂ ਭਾਈ ਸਿੰਘੋ, ਇਹ ਤੁਸੀਂ ਬਾਹਰੀ ਤੌਰ ਤੇ ਬਾਹਰ ਦੀ ਬੋਲੀ ਇਹ ਮਾਤਾ ਤੋਂ ਸੁਣਦੇ ਪਏ, ਅਸੀਂ ਇਹਦੇ ਅੰਦਰ ਦਾ ਪਿਆਰ, ਅੰਦਰ ਦੀ ਭਾਵਨਾ ਜੋ ਅੰਦਰੋਂ ਨਿਸ਼ਚਾ ਧਾਰਨ ਕਰਕੇ ਸਾਨੂੰ ਬੋਲ ਰਹੇ ਸੀ, ਉਹ ਸੁਣਦੇ ਪਏ ਹਾਂ। ਗੋਬਿੰਦ ਭਾਉ ਭਗਤ ਕਾ ਭੁੱਖਾ, ਸਤਿਗੁਰੂ ਜੀ ਪਿਆਰ ਦੇ ਭੁੱਖੇ ਹਨ। ਪਿਆਰ ਦੇ ਵਿੱਚ ਭੇਜ ਕਰਕੇ ਭਾਵੇਂ ਉਲਟੇ ਸ਼ਬਦ ਉਹ ਮਾਤਾ ਦੀ ਰਸਨਾ ਤੋਂ ਨਿਕਲ ਰਹੇ ਸਨ, ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਤਾਂ ਜਾਣਦੇ ਹੀ ਸਨ। ਇਸ ਲਈ ਸਾਧ ਸੰਗਤ ਜੀ, ਗਰੀਬ ਨਵਾਜ ਸਤਿਗੁਰੂ ਜੀ ਕਹਿੰਦੇ ਨੇ ਪਿਆਰ ਦੇ ਵਿੱਚ ਭੇਜ ਕੇ ਪਰਮੇਸ਼ਰ ਨੂੰ ਯਾਦ ਕਰਨਾ ਚਾਹੀਦਾ। ਅਕਾਲ ਪੁਰਖ ਵਾਹਿਗੁਰੂ ਨੂੰ ਇਹ ਨਹੀਂ ਹੈ ਕਿ ਬੱਧਾ ਚੱਟੀ ਭਰਨੀ ਹੈ, ਤੇ ਸਤਿਗੁਰੂ ਜੀ ਨੇ ਇਉਂ ਵੀ ਬਚਨ ਕੀਤੇ, ਬੱਧਾ ਚੱਟੀ ਜੋ ਭਰੇ, ਨਾ ਗੁਣ ਨਾ ਉਪਕਾਰ। ਇਸ ਲਈ ਪਿਆਰ ਦੇ ਨਾਲ ਵਾਹਿਗੁਰੂ ਨੂੰ ਯਾਦ ਕਰਨਾ ਚਾਹੀਦਾ ਹੈ। ਅੱਖ ਹੈ ਮੰਗ ਹੈ ਦੇਹ ਦੇਹ। ਫਿਰ ਸਿੱਧ ਕਹਿਣ ਲੱਗੇ, ਹੈ ਮਹਾਰਾਜ ਜਿਵੇਂ ਰਾਜੇ ਕੋਲ ਜਾ ਕਰਕੇ ਕੋਈ ਰਾਜਾ ਮਹਾਰਾਜਾ ਹੁੰਦਾ, ਜਗਤ ਦੇ ਜਿਹੜੇ ਭਿਖਾਰੀ ਭਿਖਿਆ ਮੰਗਣ ਵਾਲੇ ਹੁੰਦੇ ਆ, ਉਹ ਜਾ ਕੇ ਮਹਾਰਾਜ ਦਾਤਾ ਮੰਗਦੇ ਨੇ, ਰਾਜੇ ਕੋਲ ਜਾ ਕਰਕੇ ਦਾਨ ਮੰਗਦੇ ਕਿ ਸਾਡੀ ਝੋਲੀ ਵਿੱਚ ਦਾਨ ਪਾਵੇ। ਤੇ ਪਰਮੇਸ਼ਰ ਜੋ ਰਾਜਾ ਤੁਸੀਂ ਕਥਨ ਕੀਤਾ, ਉਹਦੇ ਤੋਂ ਪਹਿਲਾਂ ਕੌਣ ਦਾਨ ਮੰਗਦਾ? ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ, ਅੱਖ ਹੈ ਮੰਗ ਹੈ ਦੇਹ ਦੇਹ। ਕਹਿੰਦੇ ਸਾਰੀ ਸ੍ਰਿਸ਼ਟੀ ਪਰਮੇਸ਼ਰ ਨੂੰ ਆਖ ਕਰਕੇ, ਦਾਤਾ ਮੰਗ ਕਰਕੇ ਬਾਰ-ਬਾਰ ਕਹਿੰਦੇ, ਪਰਮੇਸ਼ਰ ਸਾਨੂੰ ਇਹ ਦਾਤ ਦੇ ਹੈ, ਪਰਮੇਸ਼ਰ ਸਾਨੂੰ ਇਹ ਵੀ ਦਾਤ ਦੇ ਦੇ। ਹੇ ਪ੍ਰਮਾਤਮਾ ਸਾਡੀ ਝੋਲੀ ਵਿੱਚ ਇਹ ਵੀ ਦਾਤ ਪਾ ਦੇ, ਆਹ ਵੀ ਪ੍ਰਮਾਤਮਾ ਸਾਡੀ ਝੋਲੀ ਵਿੱਚ ਦਾਤ ਪਾ ਦੇ। ਕਿਉਂਕਿ ਸਭ ਤੋਂ ਸ਼੍ਰੋਮਣੀ ਦਾਤਾ ਤੇ ਸਭ ਤੋਂ ਵੱਡਾ ਉਹ ਪਰਮੇਸ਼ਰ ਸ਼੍ਰੋਮਣੀ ਰਾਜਾ ਅਕਾਲ ਪੁਰਖ ਵਾਹਿਗੁਰੂ ਹੈ। ਉਹਦੇ ਸਮਾਨ ਕੋਈ ਦੁਨੀਆ ਦਾ ਰਾਜਾ ਨਹੀਂ ਹੈ, ਉਹਦੇ ਸਮਾਨ ਕੋਈ ਵੱਡਾ ਕੋਈ ਜਗਤ ਅੰਦਰ ਦਾਨੀ ਨਹੀਂ। ਇਸ ਲਈ ਹਜ਼ੂਰ ਕਹਿੰਦੇ, ਹੈ ਸਿੱਧੋ ਅੱਖ ਹੈ ਮੰਗ ਹੈ ਦੇਹ ਦੇਹ। ਹਰ ਕੋਈ ਪਰਮੇਸ਼ਰ ਤੋਂ ਆਖ ਕਰਕੇ ਦਾਤਾ ਮੰਗਦਾ ਹੈ, ਹੇ ਪਰਮੇਸ਼ਰ ਸਾਨੂੰ ਆਹ ਵੀ ਦਾਤ ਦੇ ਦੇਵੋ, ਇਹ ਵੀ ਦਾਤ ਦੇ ਦੇਵੋ। ਭਾਵ ਬਾਰ-ਬਾਰ ਸਭ ਕੋਈ ਪਰਮੇਸ਼ਰ ਤੋਂ ਦਾਤਾ ਮੰਗਦੇ ਹਨ। ਦਾਤ ਕਰੇ ਦਾਤਾਰ। ਉਹ ਅਕਾਲ ਪੁਰਖ ਪਰਮੇਸ਼ਰ ਐਸਾ ਸ਼੍ਰੋਮਣੀ ਰਾਜਾ ਹੈ, ਸਭ ਜੀਵਾਂ ਨੂੰ ਦਾਤਾਂ ਪ੍ਰਦਾਨ ਕਰਨ ਵਾਲਾ ਹੈ। ਦਾਤ ਕਰੇ ਦਾਤਾਰ। ਹਰ ਇੱਕ ਦਾਤ ਦੇਣ ਦੀ ਸਮਰੱਥਾ ਪਰਮੇਸ਼ਰ ਦੀ ਹੈ। ਹਰ ਇੱਕ ਦਾਤ, ਹਰ ਇੱਕ ਆਸ, ਹਰ ਪ੍ਰਕਾਰ ਦੀ ਇੱਛਾ ਪੂਰੀ ਕਰਨ ਦੀ ਸਮਰੱਥਾ ਪਰਮਾਤਮਾ ਦੀ ਹੈ। ਹਜ਼ੂਰ ਦੇ ਵਚਨ ਪੜ੍ਹਦੇ ਹਾਂ, ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੈ ਵਸ ਹੈ ਕਾਮ ਤੇਨਾ। ਸੋ ਐਸਾ ਹਰ ਧਿਆਈਐ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵਹਿ ਮੇਰੇ ਮਨਾ। ਜਪ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈ ਹੈ। ਨਿਤ ਧਿਆਈਐ ਹਰ ਪੁਰਖ ਨਿਰੰਜਨਾ। ਉਹ ਪਰਮੇਸ਼ਰ ਸਭ ਦਾਤਾਂ ਦੇਣ ਦੀ ਸਮਰੱਥਾ ਰੱਖਣ ਵਾਲਾ ਹੈ, ਹਰ ਪ੍ਰਕਾਰ ਦੀ ਇੱਛਾ ਪੂਰੀ ਕਰਨ ਵਾਲਾ ਹੈ। ਇਸ ਲਈ ਹਜ਼ੂਰ ਕਹਿੰਦੇ ਹਨ, ਦਾਤ ਕਰੇ ਦਾਤਾਰ। ਉਹਨਾਂ ਦੀ ਝੋਲੀ ਵਿੱਚ ਪਰਮੇਸ਼ਰ ਦਾਤ ਪਾਉਂਦਾ ਜੋ ਸ਼ਰਧਾ ਰੂਪ ਝੋਲੀ ਅੱਡਦੇ ਹਨ, ਜੋ ਕਦੇ ਵੀ ਸ਼ੰਕਾ ਨਹੀਂ ਕਰਦੇ ਪਰਮਾਤਮਾ ਤੇ, ਕਦੇ ਸ਼ੱਕ ਨਹੀਂ ਕਰਦੇ ਵਾਹਿਗੁਰੂ ਦੇ ਸਰੂਪ ਦੇ। ਜਿਨ੍ਹਾਂ ਦੀ ਝੋਲੀ ਵਿੱਚ ਸ਼ੱਕ ਰੂਪੀ ਛੇਦ ਨਹੀਂ ਹੈ ਨਾ, ਉਹਨਾਂ ਦੀ ਝੋਲੀ ਵਿੱਚ ਵਾਹਿਗੁਰੂ ਦੀ ਦਾਤ ਆ ਕਰਕੇ ਟਿਕਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਹਨ, ਅੱਖ ਹੈ ਮੰਗ ਹੈ ਦੇਹ ਦੇਹ। ਜਗਿਆਸੂ ਵੀ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਦਾਤ ਮੰਗਦੇ ਹੈ। ਜਗਤ ਦੇ ਜਿਹੜੇ ਬੁੱਧੀ ਦੇ ਤਲ ਤੇ ਜਿਉਣ ਵਾਲੇ ਹੈ, ਸੰਸਾਰ ਦੇ ਮਾਇਆ ਦੇ ਪਦਾਰਥਾਂ ਦੀ ਹਰ ਸਮੇਂ ਮੰਗ ਕਰਨ ਵਾਲੇ ਮਾਇਕੀ ਜੀਵ ਹੈ, ਉਹ ਵੀ ਪਰਮੇਸ਼ਰ ਤੋਂ ਹੀ ਮੰਗਦੇ ਹਨ। ਤੇ ਜਿਹੜੇ ਜਗਿਆਸ ਦਾ ਭਾਵਨਾ ਧਾਰਨ ਕਰਨ ਵਾਲੇ, ਪਰਮਾਰਥ ਦੇ ਰਸਤੇ ਤਰਨ ਵਾਲੇ, ਭਾਵ ਭਗਤੀ ਦਾ ਮਾਰਗ ਜਿਨ੍ਹਾਂ ਨੇ ਜੀਵਨ ਅੰਦਰ ਧਾਰਨ ਕੀਤਾ, ਉਹ ਵੀ ਪਰਮੇਸ਼ਰ ਤੋਂ ਬਾਰ-ਬਾਰ ਆਖ ਕਰਕੇ, ਬਾਰ-ਬਾਰ ਜੋਦੜੀਆਂ ਕਰਕੇ ਪਰਮੇਸ਼ਰ ਤੋਂ ਇਹ ਦਾਤ ਮੰਗਦੇ, ਹੈ ਵਾਹਿਗੁਰੂ ਸਾਨੂੰ ਨਾਮ ਦੀ ਦਾਤ ਦੇਵ। ਹੇ ਪਰਮਾਤਮਾ ਸਾਡਾ ਸਿਦਕ ਜਿਹੜਾ ਹੈ ਪਰਪੱਕ ਰਹੇ, ਆਪ ਜੀ ਦੇ ਚਰਨਾਂ ਤੇ ਭਰੋਸਾ ਰਹੇ। ਮਹਾਰਾਜ ਸਾਡਾ ਮਨ ਅਡੋਲ ਹੋ ਕੇ ਆਪ ਜੀ ਨੂੰ ਯਾਦ ਕਰੇ। ਇਉਂ ਬਾਰ-ਬਾਰ ਇਹ ਦਾਤਾਂ ਮੰਗਦੇ ਹਨ।
ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦਾ ਭਰੋਸਾ ਮੰਗਦੇ ਹਨ, ਉਹ ਬਾਰ-ਬਾਰ ਸਿੱਖ ਬੇਨਤੀਆਂ ਕਰਦੇ ਹੈ, ਮਹਾਰਾਜ ਆਪ ਨੇ ਸਾਡੇ ਤੇ ਮਹਾਨ ਕਿਰਪਾ ਕੀਤੀ ਹੈ, ਸਾਨੂੰ ਮਹਾਰਾਜ ਮਾਨਸ ਜੀਵਨ ਬਖਸ਼ਿਸ਼ ਕੀਤਾ ਹੈ, ਸਿੱਖਾਂ ਦੇ ਘਰ ਵਿੱਚ ਮਹਾਰਾਜ ਸਾਨੂੰ ਜਨਮ ਦਿੱਤਾ ਹੈ, ਹੇ ਗਰੀਬ ਨਵਾਜ ਸਾਨੂੰ ਸਿੱਖੀ ਦੀ ਦਾਤ ਬਖਸ਼ੀ ਹੈ, ਕਿਰਪਾ ਕਰੋ ਹੁਣ ਮਹਾਰਾਜ ਸਿੱਖੀ ਕਮਾਉਣ ਦੀ ਦਾਤ ਵੀ ਆਪ ਕਿਰਪਾ ਕਰਕੇ ਸਾਨੂੰ ਬਖਸ਼ੋ। ਮਹਾਰਾਜ ਸਿੱਖੀ ਕੇਸਾਂ ਸਵਾਸਾਂ ਦੇ ਨਾਲ ਨਿਭ ਜਾਵੇ। ਇਹ ਦਾਤਾਂ ਪਰਮੇਸ਼ਰ ਤੋਂ ਸਨਮੁਖ ਹੋ ਕੇ ਬਾਰ-ਬਾਰ ਬੇਨਤੀਆਂ ਕਰ ਕਰਕੇ ਜੋਦੜੀਆਂ ਕਰ ਕਰਕੇ ਮੰਗਦੇ ਐ ਤੇ ਹਜੂਰ ਕਹਿੰਦੇ ਨੇ ਦਾਤ ਕਰੇ ਦਾਤਾਰ। ਸਭ ਤੋਂ ਸ਼੍ਰੋਮਣੀ ਦਾਤਾਰ ਜੋ ਦਾਤਾਂ ਦੇਣ ਵਾਲਾ ਪਰਮਾਤਮਾ ਹੈ, ਉਹਨਾਂ ਦੇ ਝੋਲੀ ਦੇ ਵਿੱਚ ਸ਼੍ਰੋਮਣੀ ਦਾਤ ਪਾਉਂਦਾ ਹੈ ਜੋ ਸ਼ਰਧਾ ਰੂਪ ਝੋਲੀ ਅੱਡਦੇ ਹਨ। ਜਿਨ੍ਹਾਂ ਨੇ ਆਪਣੇ ਮਨ ਵਿੱਚ ਸ਼ਰਧਾ ਧਾਰਨ ਕੀਤੀ ਹੈ, ਵਾਹਿਗੁਰੂ ਦੇ ਚਰਨਾਂ ਤੇ ਭਰੋਸਾ ਹੈ। ਇਹ ਨਹੀਂ ਹੈ ਕਿ ਅਰਦਾਸ ਕੀਤੀ ਹੈ ਜਾਂ ਵਜ਼ੀਰ ਸਿੰਘ ਤੋਂ ਕਰਾਈ ਹੈ ਤੇ ਮੁੜ ਕੇ ਭਰੋਸਾ ਹੀ ਨਾ ਹੋਵੇ ਕਿ ਕੀ ਪਤਾ ਪੂਰੀ ਹੋਣੀ ਵੀ ਹੈ ਕਿ ਨਹੀਂ ਹੋਣੀ। ਚੱਲ ਕੋਈ ਨਹੀਂ, ਹੋ ਜਾਊਗੀ ਤੇ ਠੀਕ ਆ, ਨਹੀਂ ਤੇ ਕੋਈ ਗੱਲ ਨਹੀਂ, ਹੋਰ ਕਿਸੇ ਦਰ ਤੇ ਚਲੇ ਜਾਵਾਂਗੇ। ਇਹ ਕੱਚਾ ਭਰੋਸਾ ਨਹੀਂ। ਸਿਦਕਵਾਨ ਜਿਨ੍ਹਾਂ ਨੇ ਪੱਕਾ ਭਰੋਸਾ ਤੇ ਸਿਦਕ ਮਨ ਦੀ ਪਰਪੱਕਤਾ ਧਾਰਨ ਕਰਕੇ ਰੱਖੀ ਹੈ, ਇਹੋ ਹੀ ਬਾਰ-ਬਾਰ ਬੇਨਤੀ ਕਰਦੇ ਨੇ, ਮਹਾਰਾਜ ਆਪ ਜੀ ਦਾ ਦਰ ਛੱਡ ਕਰਕੇ ਹੋਰ ਕਿਸੇ ਥਾਂ ਤੇ ਮਹਾਰਾਜ ਅਸੀਂ ਕਿਉਂ ਜਾਣਾ ਕਰੀਏ। ਹੋਰ ਥਾਂ ਤਾਂ ਜਾਈਏ ਨਾ ਜੇ ਤੁਹਾਡੇ ਦਰ ਤੇ ਮਹਾਰਾਜ ਦਾਤ ਨਾ ਕੋਈ ਮਿਲਦੀ ਹੋਵੇ। ਹੋਰ ਦਰ ਤੇ ਥਾਂ ਭਟਕੀਏ ਨਾ ਜੇ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਵੀ ਸਮਰੱਥਾ ਨਾ ਹੋਵੇ। ਹਰ ਪ੍ਰਕਾਰ ਆਪ ਜੀ ਦੀ ਸਮਰੱਥਾ ਹੈ। ਇਉਂ ਸਿੱਖ ਬਾਰ-ਬਾਰ ਬੇਨਤੀਆਂ ਕਰਦੇ ਹੈ। ਇਹ ਸਾਧ ਸੰਗਤ ਜੀ ਤਾਂ ਬੇਨਤੀ ਕਰ ਰਹੇ ਹਾਂ ਕਿਉਂਕਿ ਇਹ ਦੂਸਰੇ ਭਾਵ ਅਰਥਾਂ ਦੇ ਵਿੱਚ ਜਗਿਆਸੂ ਜਨ ਦੁਆਰਾ ਇਹਦੇ ਸਾਧ ਸੰਗਤ ਜੀ ਉਪਦੇਸ਼ ਬਖਸ਼ਿਆ ਹੈ। ਇਸ ਲਈ ਸਮਾਂ ਸੀਮਤ ਹੈ, ਨਾਲ ਦੇ ਨਾਲ ਵਿੱਚ ਇਹ ਸਾਧ ਸੰਗਤ ਅਰਥ ਮਿਲਾ ਕਰਕੇ ਕਰੀ ਜਾ ਰਹੇ ਹਾਂ। ਮਹਾਰਾਜ ਸੱਚੇ ਪਾਤਸ਼ਾਹ ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ ਨੇ, ਦਾਤ ਕਰੇ ਦਾਤਾਰ। ਸਿਰ ਬਸਿਰ ਸਭ ਜੀਵਾਂ ਨੂੰ ਪਰਮੇਸ਼ਰ ਦਾਤਾਂ ਦਿੰਦਾ ਹੈ। ਜਿੰਨੀ ਕੁ ਕੋਈ ਸ਼ਰਧਾ ਰੂਪੀ ਝੋਲੀ ਅੱਡਦਾ ਹੈ, ਜਿੰਨੀ ਕੁ ਮਨ ਵਿੱਚ ਸ਼ਰਧਾ ਹੁੰਦੀ ਉਨੀ ਕੁ ਪਰਮੇਸ਼ਰ ਦਾਤ ਪਾ ਦਿੰਦਾ ਹੈ। ਫੇਰ ਕੇ ਅੱਗੇ ਰੱਖੀਐ। ਫੇਰ ਸਿੱਧ ਕਹਿਣ ਲੱਗੇ, ਹੈ ਮਹਾਰਾਜ ਜਿਵੇਂ ਰਾਜਿਆਂ ਦੇ ਕੋਲ ਜਾ ਕੇ ਜਦੋਂ ਰਾਜੇ ਦੇ ਦਰਬਾਰ ਵਿੱਚ ਜਾਈਦਾ, ਸਭਾ ਲੱਗੀ ਹੋਵੇ ਤੇ ਕੋਈ ਜਾ ਕੇ ਪ੍ਰੇਮ ਦੇ ਨਾਲ ਮਿਲਣ ਵਾਸਤੇ ਜਾਂਦਾ, ਮੁਹਾਉ ਕੇ ਬੋਲਣ ਬੋਲੀ ਹੈ। ਕਹਿੰਦੇ ਮੁਖ ਦੇ ਉੱਪਰੋਂ ਕਿਹੜੇ ਬੋਲ ਬੋਲਣੇ ਚਾਹੀਦੇ ਆ, ਕਿਉਂਕਿ ਕਿਸੇ ਰਾਜੇ ਨੂੰ ਜਾ ਕੇ ਮਿਲਣਾ ਹੋਵੇ ਤੇ ਜਿਹੜੇ ਮਿਲਣ ਵਾਲੇ ਮਿਲਣ ਵਰਤੀ ਹੁੰਦੇ ਆ, ਉਹ ਜਾ ਕੇ ਰਾਜੇ ਦੀ ਖੁਸ਼ਾਮਦ ਕਰਦੇ ਹਨ। ਰਾਜੇ ਨੂੰ ਪ੍ਰਸੰਨ ਕਰਨ ਦੇ ਵਾਸਤੇ ਉਹਦੇ ਵਡਿਆਈ ਦੇ ਬੋਲ ਬੋਲਦੇ ਆ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸਿੱਧ ਕਹਿਣ ਲੱਗੇ, ਹੈ ਸਤਿਗੁਰੂ ਜੀ ਉਹ ਪਰਮੇਸ਼ਰ ਜੋ ਰਾਜਾ ਆਪ ਜੀ ਨੇ ਕਥਨ ਕੀਤਾ ਹੈ, ਮੁਹਾਉ ਕੇ ਬੋਲਣ ਬੋਲੀ ਹੈ, ਉਹ ਪਰਮੇਸ਼ਰ ਨੂੰ ਪ੍ਰਸੰਨ ਕਰਨ ਦੇ ਵਾਸਤੇ ਜੇ ਵਾਹਿਗੁਰੂ ਦਾ ਦਰਬਾਰ ਮਿਲ ਜਾਵੇ, ਵਾਹਿਗੁਰੂ ਨੂੰ ਖੁਸ਼ ਕਰਨ ਦੇ ਵਾਸਤੇ, ਪਸੀਜਣ ਦੇ ਵਾਸਤੇ ਕਿ ਸਾਡੇ ਉੱਪਰ ਮਨ ਪਰਮੇਸ਼ਰ ਦਾ ਪਸੀਜ ਜਾਵੇ, ਵਾਹਿਗੁਰੂ ਪ੍ਰਸੰਨ ਹੋ ਜਾਵੇ, ਸਾਨੂੰ ਕਿਹੋ ਜਿਹੇ ਬੋਲ ਬੋਲਣੇ ਚਾਹੀਦੇ ਹਨ। ਫੇਰ ਕੇ ਅੱਗੇ ਰੱਖੀਐ। ਫੇਰ ਕੇ ਅੱਗੇ ਰੱਖੀਐ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਰਮਾਨ ਕੀਤਾ, ਕਿਹੜੀ ਦਾਤ ਉਹ ਅੱਗੇ ਸਾਨੂੰ ਰੱਖਣੀ ਚਾਹੀਦੀ ਹੈ। ਸਿੱਧ ਕਹਿੰਦੇ, ਮਹਾਰਾਜ ਸਾਨੂੰ ਭੇਟਾ ਕਿਹੜੀ ਪਰਮੇਸ਼ਰ ਦੇ ਚਰਨਾਂ ਵਿੱਚ ਅਰਪਣ ਕਰਨੀ ਚਾਹੀਦੀ ਹੈ ਜਦੋਂ ਪਰਮੇਸ਼ਰ ਦੇ ਦਰ ਤੇ ਅਸੀਂ ਪਹੁੰਚਣਾ ਕਰੀਏ, ਕਿਉਂਕਿ ਪਰਮੇਸ਼ਰ ਵੀ ਆਪ ਜੀ ਨੇ ਰਾਜਾ ਹੀ ਕਥਨ ਕੀਤਾ ਹੈ, ਜੇਤੋ ਦਿਸੈ ਦਰਬਾਰ। ਜਿਤ ਦਿਸੈ ਦਰਬਾਰ। ਜੇਕਰ ਪਰਮੇਸ਼ਰ ਵਾਹਿਗੁਰੂ ਦਾ ਦਰਬਾਰ ਸਾਨੂੰ ਮਿਲ ਜਾਵੇ ਅਥਵਾ ਸਤ ਸੰਗਤ ਰੂਪੇ ਦਰਬਾਰ ਮਿਲ ਜਾਵੇ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕਰਕੇ ਪੁੱਛੀਏ, ਹੈ ਮਹਾਰਾਜ ਸਾਨੂੰ ਕਿਹੜੀ ਭੇਟਾ ਵਾਹਿਗੁਰੂ ਦੇ ਚਰਨਾਂ ਵਿੱਚ ਅਰਪਣ ਕਰਨੀ ਚਾਹੀਦੀ ਹੈ। ਮੁਹਾਉ ਕੇ ਬੋਲਣ ਬੋਲੀਐ। ਤੇ ਫਿਰ ਮਹਾਰਾਜ ਮੁਖ ਤੋਂ ਵਡਿਆਈ ਦੇ ਕਿਹੋ ਜਿਹੇ ਬੋਲ ਸਾਨੂੰ ਬੋਲਣੇ ਚਾਹੀਦੇ ਹਨ। ਮੁਹਾਉ ਕੇ ਬੋਲਣ ਬੋਲੀ ਹੈ। ਹੇ ਮਹਾਰਾਜ ਜਿਵੇਂ ਜਗਤ ਦੇ ਰਾਜਿਆਂ ਦੀ ਵਡਿਆਈ ਕਰਨ ਦੇ ਵਾਸਤੇ ਬੋਲ ਬੋਲੇ ਜਾਂਦੇ ਹੈ, ਤੇ ਪਰਮੇਸ਼ਰ ਰਾਜੇ ਦੀ ਵਡਿਆਈ ਦੇ ਕਿਹੋ ਜਿਹੇ ਸਾਨੂੰ ਬੋਲ ਬੋਲਣੇ ਚਾਹੀਦੇ ਹਨ। ਜਿਤ ਸੁਣ ਧਰੇ ਪਿਆਰ। ਜਿਸ ਕਰਕੇ ਸਾਡੇ ਉਹ ਬੋਲ ਸੁਣ ਕਰਕੇ ਪਰਮੇਸ਼ਰ ਸਾਡੇ ਨਾਲ ਪਿਆਰ ਕਰਨ ਲੱਗ ਪਵੇ। ਜਿਤ ਸੁਣ ਧਰੇ ਪਿਆਰ, ਸਾਡੇ ਨਾਲ ਵਾਹਿਗੁਰੂ ਦਾ ਪਿਆਰ ਜਿਹੜਾ ਹੈ ਨਿਰਧਾਰਤ ਹੋ ਜਾਵੇ।
ਸਾਡੇ ਹਿਰਦੇ ਦਾ ਪ੍ਰੇਮ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਪਰਪੱਕ ਹੋ ਜਾਵੇ, ਪਰਮੇਸ਼ਰ ਸਾਡੇ ਨਾਲ ਪਿਆਰ ਕਰਨ ਲੱਗ ਪਵੇ। ਹੇ ਮਹਾਰਾਜ, ਕਿਹੜੀ ਭੇਟਾ ਸਾਨੂੰ ਅਰਪਣ ਕਰਨੀ ਚਾਹੀਦੀ ਹੈ ਔਰ ਅਕਾਲ ਪੁਰਖ ਵਾਹਿਗੁਰੂ ਦੇ ਕਿਹੜੇ ਬੋਲ ਉਹ ਰਾਜੇ ਦੇ ਤਾਂ ਹੀ ਬੋਲਣੇ ਚਾਹੀਦੇ ਹੈ ਜਿਸ ਦੁਆਰਾ ਜਿਨ੍ਹਾਂ ਬੋਲਾਂ ਵਿੱਚ ਪਰਮੇਸ਼ਰ ਦੀ ਵਡਿਆਈ ਹੋਵੇ, ਜਿਨ੍ਹਾਂ ਅਮੋਲਕ ਬਚਨਾਂ ਦੇ ਵਿੱਚ ਪਰਮੇਸ਼ਰ ਦਾ ਜਸ ਗਾਇਆ ਹੋਵੇ। ਅੰਮ੍ਰਿਤ ਵੇਲਾ ਸਚ ਨਾਉ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ ਹੈ, ਸਿੱਧੋ ਜੋ ਅੰਮ੍ਰਿਤ ਵੇਲਾ ਹੈ ਨਾ, ਪਿਛਲਾ ਪਹਿਰ ਹੈ, ਉਸ ਅੰਮ੍ਰਿਤ ਵੇਲੇ ਵਿੱਚ ਪਰਮੇਸ਼ਰ ਦਾ ਨਾਮ ਜਪਣਾ। ਕਿਹੜਾ ਨਾਮ? ਜੋ ਸੱਚਾ ਹੈ। ਅੰਮ੍ਰਿਤ ਵੇਲਾ ਸਚ ਨਾਉ। ਸਦੀਵੀ ਕਾਲ ਵਾਸਤੇ ਸੱਚਾ ਪਰਮੇਸ਼ਰ ਦਾ ਨਾਮ ਹੈ। ਅੰਮ੍ਰਿਤ ਵੇਲੇ ਪਿਛਲੇ ਪੈਰ ਉੱਠ ਕਰਕੇ ਜੋ ਵਾਹਿਗੁਰੂ ਦਾ ਨਾਮ ਜਪਣਾ, ਇਹੋ ਹੀ ਕਹਿੰਦੇ ਹਨ ਪਰਮੇਸ਼ਰ ਦੀ ਵਡਿਆਈ ਕਰਨੀ ਹੈ। ਅੰਮ੍ਰਿਤ ਵੇਲਾ ਸਚ ਨਾਉ। ਤੇ ਹਜ਼ੂਰ ਕਹਿੰਦੇ ਹਨ ਜੋ ਭਾਵਨਾ ਦੇ ਨਾਲ ਵਾਹਿਗੁਰੂ ਦਾ ਨਾਮ ਜਪਣਾ, ਜਿਵੇਂ ਅੰਮ੍ਰਿਤ ਵੇਲੇ ਉੱਠ ਕਰਕੇ ਤਨ ਦੀ ਪਵਿੱਤਰਤਾ ਕੀਤੀ ਜਾਂਦੀ ਹੈ, ਮਨ ਨੂੰ ਪਵਿੱਤਰ ਕਰਨ ਦੇ ਵਾਸਤੇ ਗੁਰਮੁਖ ਪਿਆਰੇ ਜੋ ਚੌਂਕੜਾ ਲਾ ਕਰਕੇ, ਜੋ ਮਨ ਨੂੰ ਇਕਾਗਰ ਕਰਕੇ ਮੁਖ ਤੋਂ ਵਾਹਿਗੁਰੂ 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 ਉਚਾਰਨ ਕਰਦੇ ਹੈ, ਗੁਰਬਾਣੀ ਦਾ ਕੋਈ ਗੁਰਮੁਖ ਜਾਪ ਕਰਦੇ ਹੈ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ, ਅੰਮ੍ਰਿਤ ਵੇਲਾ ਸਚ ਨਾਉ। ਅੰਮ੍ਰਿਤ ਵੇਲੇ ਉੱਠ ਕਰਕੇ ਪਰਮੇਸ਼ਰ ਦਾ ਸੱਚੇ ਨਾਮ ਦਾ ਜਾਪ ਕਰਨਾ, ਇਹੋ ਹੀ ਸਭ ਤੋਂ ਵੱਡੀ ਭੇਟਾ ਹੈ। ਅਕਾਲ ਪੁਰਖ ਵਾਹਿਗੁਰੂ ਰਾਜੇ ਦੇ ਸਨਮੁਖ ਹੋ ਕਰਕੇ ਪਰਮੇਸ਼ਰ ਨੂੰ ਹਾਜ਼ਰ ਨਾਜ਼ਰ ਜਾਣ ਕੇ ਵਾਹਿਗੁਰੂ ਦਾ ਭੈ ਧਾਰਨ ਕਰਕੇ ਤੇ ਪ੍ਰੇਮਾ ਭਗਤੀ ਕਰਨੀ, ਹਜ਼ੂਰ ਕਹਿੰਦੇ ਹਨ ਇਹੋ ਸਭ ਤੋਂ ਵੱਡੀ ਸਾਧ ਸੰਗਤ ਜੀ ਭੇਟਾ ਹੈ। ਕਿਉਂਕਿ ਜਦੋਂ ਅੰਮ੍ਰਿਤ ਵੇਲੇ ਉੱਠ ਕਰਕੇ ਪਰਮੇਸ਼ਰ ਦਾ ਨਾਮ ਜਪਿਆ ਜਾਂਦਾ ਹੈ ਸਾਧ ਸੰਗਤ ਜੀ, ਉਦੋਂ ਨਾ ਤਾਂ ਰੰਗਾ ਦੀ ਦੁਨੀਆ ਸੰਸਾਰ ਦੇ ਸਾਹਮਣੇ ਹੁੰਦੀ ਹੈ। ਅੰਮ੍ਰਿਤ ਵੇਲੇ ਨੂੰ ਕਿਉਂ ਮਹਾਨਤਾ ਦਿੱਤੀ ਗਈ ਹੈ? ਗੁਰਬਾਣੀ ਵਿੱਚ ਇਉਂ ਵੀ ਬਚਨ ਆਉਂਦੇ ਹੈ ਕਿ ਊਠਤ ਬੈਠਤ ਸੋਵਤ ਨਾਮ, ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ, ਊਠਤ ਬੈਠਤ ਸੋਵਤ ਜਾਗਤ, ਮਾਰਗ ਚਲਤ ਹਰੇ ਹਰ ਧਿਆਈਐ। ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਚੱਲਦਿਆਂ ਫਿਰਦਿਆਂ ਵਾਹਿਗੁਰੂ ਨੂੰ ਧਿਆਉਣਾ ਚਾਹੀਦਾ। ਪਰ ਵਿਸ਼ੇਸ਼ ਕਰਕੇ ਅੰਮ੍ਰਿਤ ਵੇਲੇ ਨੂੰ ਕਿਉਂ ਮਹਾਨਤਾ ਦਿੱਤੀ ਗਈ ਹੈ? ਕਿਉਂਕਿ ਅੰਮ੍ਰਿਤ ਵੇਲੇ ਸਾਧ ਸੰਗਤ ਜੀ ਮਨ ਜਿਹੜਾ ਹੈ ਇਕਾਗਰ ਹੁੰਦਾ। ਮਨ ਦਾ ਸੁਭਾਅ ਹੈ ਜੋ ਕੁਝ ਬਾਰ-ਬਾਰ ਅੱਖਾਂ ਦੇ ਸਾਹਮਣੇ ਆਉਂਦਾ, ਜੋ ਕੁਝ ਬਾਰ-ਬਾਰ ਕੰਨਾਂ ਦੇ ਨਾਲ ਸੁਣਦਾ, ਉਹ ਮਨ ਤੇ ਅਸਰ ਪੈਂਦਾ, ਮਨ ਉਸੇ ਪਾਸੇ ਹੀ ਭਟਕਣ ਲੱਗ ਪੈਂਦਾ। ਤੇ ਅੰਮ੍ਰਿਤ ਵੇਲੇ ਨਾ ਤਾਂ ਰੰਗਾ ਦੀ ਦੁਨੀਆ ਅੱਖਾਂ ਦੇ ਸਾਹਮਣੇ ਹੁੰਦੀ ਹੈ, ਨਾ ਬਹੁਤੀਆਂ ਗੱਲਾਂ ਬਾਤਾਂ ਕੰਨਾਂ ਵਿੱਚ ਸੁਣਨ ਦੀ ਆਵਾਜ਼ ਪੈਂਦੀ ਹੈ, ਤੇ ਮਨ ਜਿਹੜਾ ਹੈ ਛੇਤੀ ਇਕਾਗਰ ਹੋ ਜਾਂਦਾ ਹੈ। ਤੇ ਅੰਮ੍ਰਿਤ ਵੇਲੇ ਸਾਧ ਸੰਗਤ ਜੀ ਪਰਮੇਸ਼ਰ ਦਾ ਕੀਤਾ ਹੋਇਆ ਜਿਹੜਾ ਭਜਨ ਹੈ, ਮਨ ਦੀ ਇਕਾਗਰਤਾ ਸਹਿਤ, ਭਾਵੇਂ ਦਿਨ ਦੇ ਵਿੱਚ ਕਿੰਨਾ ਲੰਮਾ ਸਮਾਂ ਭਾਵੇਂ ਭਜਨ ਕੀਤਾ ਜਾਵੇ, ਤੇ ਇਹ ਬੰਦਗੀ ਕਰਨ ਵਾਲੇ ਹਨ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਕਮਾਇਆ, ਉਹਨਾਂ ਦੇ ਇਹ ਬਚਨ ਹਨ ਕਿ ਅੰਮ੍ਰਿਤ ਵੇਲੇ ਥੋੜਾ ਸਮਾਂ ਵੀ ਪਰਮੇਸ਼ਰ ਦਾ ਭਜਨ ਕਰ ਲਵੇ ਤੇ ਜ਼ਿਆਦਾ ਸਮੇਂ ਕੀਤੇ ਹੋਏ ਦਿਨ ਵਿੱਚ ਭਟਕਣਾ ਵਿੱਚ ਪੈ ਕੇ ਕੀਤੇ ਹੋਏ ਭਜਨ ਦੇ ਨਾਲੋਂ ਕਈ ਗੁਣਾ ਵੱਧ ਫਲ ਪ੍ਰਾਪਤ ਹੋ ਜਾਂਦਾ ਹੈ। ਇਹ ਅੰਮ੍ਰਿਤ ਵੇਲੇ ਨੂੰ ਐਸੀ ਮਹਾਨ ਵਡਿਆਈ ਦਿੱਤੀ ਹੈ। ਤੇ ਭਗਤ ਜਨਾਂ ਦੇ ਬਾਬਤ ਵਚਨ ਆਉਂਦੇ ਆ ਨਾ, ਜਿਨ੍ਹਾਂ ਨੇ ਅੰਮ੍ਰਿਤ ਵੇਲੇ ਦਾ ਬੀਜਿਆ ਹੋਇਆ ਸਮੇਂ ਸਿਰ, ਜਿਵੇਂ ਮੱਤਰ ਵਿੱਚ ਬੀਜਿਆ ਹੋਇਆ ਬੀਜ ਪੂਰਾ ਫਲੀਭੂਤ ਹੁੰਦਾ ਨਾ, ਤਿਵੇਂ ਗੁਰਮੁਖਾਂ ਨੇ, ਵਾਹਿਗੁਰੂ ਦੇ ਪਿਆਰੇ ਭਗਤਾਂ ਨੇ ਅੰਮ੍ਰਿਤ ਵੇਲੇ ਪਰਮੇਸ਼ਰ ਦਾ ਨਾਮ ਰੂਪੀ ਬੀਜ ਬੀਜਿਆ ਹੈ। ਇਹ ਸਭ ਤੋਂ ਵਧੀਆ ਤੇ ਸ਼੍ਰੋਮਣੀ ਇਹ ਵੱਤਰ ਹੈ। ਅੰਮ੍ਰਿਤ ਵੇਲੇ ਉੱਠ ਕਰਕੇ ਪਰਮੇਸ਼ਰ ਦਾ ਭਜਨ ਕਰਨਾ, ਤੇ ਕਹਿੰਦੇ ਹਨ ਉਹ ਆਪ ਖਾ ਰਹੇ ਹੈ ਤੇ ਜਗਤ ਦੇ ਜੀਵਾਂ ਨੂੰ ਖਵਾਲ ਰਹੇ ਹੈ, ਉਹ ਕਦੇ ਮੁੱਕਦਾ ਹੀ ਨਹੀਂ। ਐਸਾ ਪਰਮੇਸ਼ਰ ਦੇ ਪਿਆਰਿਆਂ ਨੇ ਨਾਮ ਰੂਪੀ ਬੀਜ ਅੰਮ੍ਰਿਤ ਵੇਲੇ ਸਾਧ ਸੰਗਤ ਜੀ ਬੀਜਿਆ ਹੈ। ਇਹ ਖਜ਼ਾਨਾ ਮੁੱਕਦਾ ਹੀ ਨਹੀਂ, ਕਦੇ ਘਾਟਾ ਨਹੀਂ ਪੈਂਦਾ। ਕਿੰਨੀ ਅੰਮ੍ਰਿਤ ਵੇਲੇ ਨੂੰ ਮਹਾਨਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦਿੱਤੀ ਹੈ। ਹਜ਼ੂਰ ਦੇ ਬਚਨ ਆਉਂਦੇ ਆ ਨਾ, ਪਹਿਲਾ ਪਹਿਰੈ ਫੁੱਲੜਾ ਫਲ ਪੀ ਪੱਛਾ ਰਾਤ। ਜਿਵੇਂ 4 ਪਹਿਰ ਦਿਨ ਦੇ ਹਿੱਸੇ ਆਉਂਦੇ ਤੇ 4 ਪਹਿਰ ਰਾਤ ਦੇ ਹਿੱਸੇ ਆਉਂਦੇ ਆ, ਜਦੋਂ 2 ਪਹਿਰ ਰਾਤ ਬਤੀਤ ਹੋ ਜਾਂਦੀ ਹੈ ਤੇ ਗੁਰਮੁਖ ਪਿਆਰੇ ਅੰਮ੍ਰਿਤ ਵੇਲੇ ਜਿਹਨੂੰ ਪਿਛਲਾ ਪਹਿਰ ਵੀ ਕਿਹਾ ਜਾਂਦਾ ਹੈ, ਉਹ ਜਦੋਂ ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਦੇ ਬਚਨ ਆਉਂਦੇ ਆ ਨਾ ਗੁਰਬਾਣੀ ਵਿੱਚ ਕਿ ਗੁਰਮੁਖ ਪਿਆਰੇ ਜਿਨ੍ਹਾਂ ਦੇ ਹਿਰਦੇ ਅੰਦਰ ਭਾਵਨਾ ਤੇ ਪਿਆਰ ਹੁੰਦਾ, ਜਿਨ੍ਹਾਂ ਦੇ ਮਨ ਵਿੱਚ ਸ਼ਰਧਾ ਹੁੰਦੀ ਹੈ,
ਅੰਮ੍ਰਿਤ ਵੇਲੇ ਉੱਠ ਕਰਕੇ ਆਲਸ ਨੂੰ ਤਿਆਗ ਕੇ ਤੇ ਵਾਹਿਗੁਰੂ ਦੇ ਭਜਨ ਦੇ ਵਿੱਚ ਜੁੜ ਜਾਂਦੇ ਹਨ। ਸਭ ਤੋਂ ਸ਼੍ਰੋਮਣੀ ਇਹ ਸਮਾਂ ਜਾਣ ਕੇ ਕਿ ਜਗਤ ਦੇ ਅੰਦਰ ਜਿਹੜਾ ਹੋਰ ਸਮੇਂ ਭਜਨ ਕਰਨਾ ਹੈ ਭਾਵੇਂ ਲਾਹੇਵੰਦ ਹੈ, ਹਰ ਇੱਕ ਸਵਾਸ ਦੇ ਨਾਲ ਨਾਮ ਜਪਣਾ ਹੀ ਸਾਧ ਸੰਗਤ ਜੀ ਫਲ ਹੈ, ਪਰ ਜਿੰਨੀ ਦੇਰ ਤੱਕ ਇਹ ਅਵਸਥਾ ਨਹੀਂ ਬਣਦੀ ਉਨੀ ਦੇਰ ਤੱਕ ਕਹਿੰਦੇ ਹਨ ਕਿ ਅੰਮ੍ਰਿਤ ਵੇਲੇ ਉੱਠ ਕਰਕੇ ਵਾਹਿਗੁਰੂ ਦਾ ਭਜਨ ਕਰੇ ਤੇ ਜੀਵ ਦੇ ਜ਼ਿੰਦਗੀ ਦੇ ਅੰਦਰ ਬਹੁਤ ਵੱਡਾ ਇਹ ਲਾਹੇਵੰਦ ਹੁੰਦਾ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਫਰਮਾਨ ਕੀਤੇ ਹਨ, ਝਾ ਲਾਗੇ ਉਠ ਨਾਮ ਜਪ ਨਿਸ ਬਾਸੁਰ ਆਰਾਧ, ਕਾਰਾ ਤੁਜੈ ਨ ਵਿਆਪਈ ਨਾਨਕ ਮਿਟਾ ਉਪਾਦ। ਇਹ ਅੰਮ੍ਰਿਤ ਵੇਲੇ ਦੇ ਪਰਥਾਏ ਹਜੂਰ ਨੇ ਬਚਨ ਕੀਤੇ ਹਨ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਹੈ ਜੋ ਭੇਟਾ ਹੈ ਨਾ ਵਾਹਿਗੁਰੂ ਰਾਜੇ ਦੇ ਚਰਨਾਂ ਵਿੱਚ ਅਰਪਣ ਕਰਨੀ, ਅੰਮ੍ਰਿਤ ਵੇਲੇ ਉੱਠਣਾ, ਅੰਮ੍ਰਿਤ ਵੇਲਾ ਸੱਚ ਨਾਉ, ਸੱਚੇ ਨਾਮ ਦਾ ਜਾਪ ਕਰਨਾ, ਇਹ ਸਭ ਤੋਂ ਸ਼੍ਰੋਮਣੀ ਭੇਟਾ ਵਾਹਿਗੁਰੂ ਰਾਜੇ ਦੇ ਚਰਨਾਂ ਵਿੱਚ ਅਰਪਣ ਕਰਨੀ ਹੈ। ਤੇ ਸਾਧ ਸੰਗਤ ਜੀ, ਜ਼ਿੰਦਗੀ ਦੇ ਵਿੱਚ 3 ਅਵਸਥਾਵਾਂ ਹੁੰਦੀਆਂ ਨੇ। ਪਹਿਲੀ ਬਾਲਕ ਅਵਸਥਾ, ਦੂਜੀ ਜਵਾਨੀ ਦੀ, ਤੀਸਰੀ ਬੁਢੇਪਾ। ਜੋ ਬਾਲਕ ਅਵਸਥਾ ਹੈ ਨਾ ਇਹ ਵੀ ਇੱਕ ਅੰਮ੍ਰਿਤ ਵੇਲੇ ਦੀ ਤਰ੍ਹਾਂ ਹੈ। ਅੰਮ੍ਰਿਤ ਵੇਲੇ ਦਾ ਅਰਥ ਹੈ ਵੇਲਾ ਸਮੇਂ ਨੂੰ ਕਿਹਾ ਜਾਂਦਾ ਹੈ, ਤੇ ਅੰਮ੍ਰਿਤ ਕਹਿੰਦੇ ਨੇ ਮੌਰ ਤੋਂ ਰਹਿਤ ਕਰ ਦੇਣ ਵਾਲੀ ਸ਼ਕਤੀ। ਮੌਰ ਤੋਂ ਰਹਿਤ ਕਰ ਦੇਣ ਵਾਲਾ ਸਮਾਂ ਕਿਹੜਾ ਹੈ? ਅੰਮ੍ਰਿਤ ਵੇਲਾ, ਜਦੋਂ ਮਨ ਇਕਾਗਰ ਹੋ ਜਾਂਦਾ ਤੇ ਵਾਹਿਗੁਰੂ ਦਾ ਭਜਨ ਕੀਤਾ ਜਾਂਦਾ ਹੈ। ਤੇ ਜਿਹੜੀ ਬਾਲਕ ਅਵਸਥਾ ਇਹ ਵੀ ਇੱਕ ਅੰਮ੍ਰਿਤ ਵੇਲੇ ਦੀ ਤਰ੍ਹਾਂ ਮੰਨੀ ਜਾਈ ਹੈ, ਕਿਉਂਕਿ ਸਾਧ ਸੰਗਤ ਬਾਲਕ ਅਵਸਥਾ ਦੇ ਵਿੱਚ ਕਿਸੇ ਪ੍ਰਕਾਰ ਦਾ ਮਨ ਵਿੱਚ ਕੋਈ ਵਿਕਾਰ ਨਹੀਂ ਹੁੰਦਾ, ਨਾ ਕਿਸੇ ਨਾਲ ਈਰਖਾ ਹੁੰਦੀ ਹੈ, ਨਾ ਬਾਲਕ ਅਵਸਥਾ ਵਿੱਚ ਝੂਠ ਬੋਲਣਾ ਕਿਸੇ ਪ੍ਰਕਾਰ ਦਾ ਵਿਕਾਰ ਨਹੀਂ ਜੀਵ ਨੂੰ ਸਪਰਸ਼ ਕਰਦਾ। ਇਸ ਲਈ ਬਾਲਕ ਅਵਸਥਾ ਵੀ ਸਾਧ ਸੰਗਤ ਜੀ ਜੀਵ ਦਾ ਅੰਮ੍ਰਿਤ ਵੇਲਾ ਹੀ ਮੰਨਿਆ ਗਿਆ ਹੈ। ਫਿਰ ਜੋ ਗੁਰੂ ਵਾਲੇ ਬਣਦਾ, ਸਤਿਗੁਰੂ ਜੀ ਦੀ ਸ਼ਰਨ ਧਾਰਨ ਕਰਨੀ, ਮਨ ਬਾਣੀ ਸਰੀਰ ਕਰਕੇ, ਇਹ ਵੀ ਅੰਮ੍ਰਿਤ ਵੇਲੇ ਦੀ ਤਰ੍ਹਾਂ ਹੈ। ਅੰਮ੍ਰਿਤ ਵੇਲਾ ਅਮਰ ਕਰ ਦੇਣ ਵਾਲਾ ਸਮਾਂ, ਤਾਂ ਹੀ ਜੀਵ ਮੁਕਤ ਹੋਵੇਗਾ ਨਾ ਜੇ ਗੁਰੂ ਵਾਲਾ ਬਣੇਗਾ। ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਇੱਕ ਵਾਰ ਨਹੀਂ ਬਾਰ-ਬਾਰ ਇਹ ਬਚਨ ਕੀਤੇ ਹੈ, ਤਾੜ ਨਾ ਪਰੇ ਬਚਨ ਕੀਤੇ ਹੈ ਕਿ ਸਤਿਗੁਰੂ ਜੀ ਦੀ ਸ਼ਰਨ ਧਾਰਨ ਕੀਤੇ ਬਿਨਾਂ ਹੈ ਜੀਵ ਤੂੰ ਮੁਕਤ ਨਹੀਂ ਹੋ ਸਕੇਗਾ। ਸਤਿਗੁਰੂ ਧੰਨ ਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਫਰਮਾਨ ਕੀਤਾ, ਕਹਿੰਦੇ ਹਨ ਭਾਵੇਂ 3 ਲੋਕਾਂ ਵਿੱਚ ਕਿਸੇ ਵੀ ਥਾਂ ਤੇ ਜੀਵ ਤੂੰ ਚਲਿਆ ਜਾ, ਪਰ ਜੇ ਗੁਰੂ ਤੋਂ ਦਿਖਿਆ ਦਾਨ ਨਹੀਂ ਨਾ ਪ੍ਰਾਪਤ ਕੀਤੀ, ਪੂਰੇ ਸਤਿਗੁਰੂ ਜੀ ਦੀ ਸ਼ਰਨ ਨਾ ਧਾਰਨ ਕੀਤੀ, ਤੈਨੂੰ ਮੁਕਤੀ ਨਹੀਂ ਕਦੇ ਵੀ ਪ੍ਰਾਪਤ ਹੋ ਸਕੇਗੀ। ਬਿਨ ਗੁਰ ਮੁਕਤ ਨਹੀਂ ਤਰੈ ਲੋਈ, ਗੁਰਮੁਖ ਪਾਵੈ ਨਾਮ ਹਰੀ। ਗੁਰਮੁਖ ਪਿਆਰੇ ਸਤਿਗੁਰੂ ਜੀ ਤੋਂ ਨਾਮ ਦੀ ਦਾਤ ਪ੍ਰਾਪਤ ਕਰਦੇ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਨੇ ਇਹ ਉਪਦੇਸ਼ ਬਖਸ਼ਿਸ਼ ਕੀਤਾ ਕਿ ਸਾਧ ਸੰਗਤ ਜਿਹੜਾ ਗੁਰੂ ਵਾਲੇ ਬਣਨਾ ਵੀ ਇੱਕ ਅੰਮ੍ਰਿਤ ਵੇਲੇ ਦੀ ਤਰ੍ਹਾਂ ਹੈ। ਜੋ ਭਾਵਨਾ ਦੇ ਨਾਲ ਸਤ ਸੰਗਤ ਵਿੱਚ ਆ ਕੇ ਬੈਠਣਾ, ਪਰਮੇਸ਼ਰ ਦਾ ਭਜਨ ਸੁਣਨਾ ਹੈ, ਕਥਾ ਕੀਰਤਨ ਸਰਵਣ ਕਰਨਾ, ਇਹ ਵੀ ਅੰਮ੍ਰਿਤ ਵੇਲੇ ਦੀ ਤਰ੍ਹਾਂ ਹੈ। ਸਤ ਸੰਗਤ ਵਿੱਚ ਆ ਕੇ ਜਿਹੜੇ ਸਾਖਤ ਜੀਵ ਮਨਮੁਖ ਜੀਵ ਹੈ ਨਾ ਉਹ ਵੀ ਮੁਕਤ ਹੋ ਜਾਂਦੇ ਹਨ। ਪਾਪੀ ਜੀਵਾਂ ਦਾ ਵੀ ਉਧਾਰ ਹੋ ਜਾਂਦਾ ਜੇ ਭਲੀ ਸੰਗਤ ਕਰ ਲੈਣ ਤਾਂ। ਸਤ ਸੰਗਤ ਵੀ ਅੰਮ੍ਰਿਤ ਵੇਲੇ ਦੀ ਤਰ੍ਹਾਂ ਹੀ ਕਥਨ ਕੀਤੀ ਗਈ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਨੇ ਅੰਮ੍ਰਿਤ ਵੇਲਾ ਸੱਚ ਨਾਓ। ਹੇ ਸਿੱਧੋ, ਜੋ ਵਾਹਿਗੁਰੂ ਦਾ ਭਜਨ ਕਰਨਾ ਹੈ ਅੰਮ੍ਰਿਤ ਵੇਲੇ ਉੱਠ ਕਰਕੇ ਮਨ ਨੂੰ ਇਕਾਗਰ ਕਰਕੇ ਮਨ ਬਿਰਤੀ ਜੋੜ ਕੇ ਪਰਮੇਸ਼ਰ ਨੂੰ ਯਾਦ ਕਰਨਾ ਹੈ। ਇਹੋ ਜਾਣਨਾ ਕਰੋ ਕਿ ਪਰਮੇਸ਼ਰ ਰਾਜੇ ਦੇ ਚਰਨਾਂ ਵਿੱਚ ਭੇਟਾ ਅਰਪਣ ਕਰਨੀ ਹੈ। ਵਡਿਆਈ ਵਿਚਾਰ। ਤੇ ਫਿਰ ਕਹਿੰਦੇ ਮਹਾਰਾਜ ਵਡਿਆਈ ਕਿਹੜੀ ਕਰਨੀ ਚਾਹੀਦੀ ਹੈ? ਜਿਵੇਂ ਖੁਸ਼ਾਮਦ ਦੇ ਬੋਲ ਬੋਲੇ ਜਾਂਦੇ ਹੈ, ਹਜੂਰ ਕਹਿੰਦੇ ਪਰਮੇਸ਼ਰ ਦੇ ਸਰੂਪ ਦੀ ਜਿਹੜੀ ਵਿਚਾਰ ਕਰਨੀ ਹੈ ਨਾ, ਬਾਰ-ਬਾਰ ਸ਼ਬਦ ਦੀ ਵਿਚਾਰ ਕਰਨੀ ਹੈ। ਇਹੋ ਹੀ ਪਰਮਾਤਮਾ ਦੇ ਅਕਾਲ ਪੁਰਖ ਵਾਹਿਗੁਰੂ ਦੇ ਖੁਸ਼ਾਮਦ ਦੇ ਬੋਲ ਹਨ। ਇਹ ਵਿਚਾਰ ਕਰਨੀ, ਹੈ ਪਰਮਾਤਮਾ, ਹੈ ਅਕਾਲ ਪੁਰਖ ਵਾਹਿਗੁਰੂ, ਅਸਚਰਜ ਆਪ ਜੀ ਦੇ ਬੇਅੰਤ ਕੌਤਕ ਹਨ। ਮਹਾਰਾਜ ਜਿਨ੍ਹਾਂ ਕੌਤਕਾਂ ਦਾ ਅੰਤ ਨਹੀਂ ਪੈਂਦਾ। ਖਿਨ ਮਾਤਰ ਸਮੇਂ ਵਿੱਚ ਮਹਾਰਾਜ ਆਪ ਜੀ ਕੁਝ ਹੋਰ ਕਰ ਦਿੰਦੇ ਹੋ, ਖਿਨ ਮਾਤਰ ਸਮੇਂ ਵਿੱਚ ਮਹਾਰਾਜ ਆਪ ਕੁਝ ਹੋਰ ਕਰ ਦਿੰਦੇ ਹੋ। ਇਹੋ ਤਮਾਮ ਜੀਵਾਂ ਨੂੰ ਪੈਦਾ ਕਰਕੇ ਪਰਮੇਸ਼ਰ ਸਭ ਜੀਵਾਂ ਦਾ ਆਪ ਜੀ ਚੇਤਾ ਰੱਖਦੇ ਹੋ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਉਚਾਰਨ ਕੀਤਾ, ਵਡਿਆਈ ਵਿਚਾਰ।
ਪਰਮੇਸ਼ਰ ਦੇ ਸਰੂਪ ਦੀ ਜਿਹੜੀ ਵਿਚਾਰ ਕਰਨੀ, ਇਹੋ ਹੀ ਵਾਹਿਗੁਰੂ ਦੇ ਵਡਿਆਈ ਦੇ ਬੋਲ ਹਨ। ਕਰਮੀ ਆਵੇ ਕੱਪੜਾ। ਫਿਰ ਮਹਾਰਾਜ ਸੱਚੇ ਪਾਤਸ਼ਾਹ ਇਹ ਮਨੁੱਖਾ ਸਰੀਰ ਪਾ ਕੇ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ ਹੋਵੇਗੀ, ਤੇ ਹਜੂਰ ਕਹਿੰਦੇ ਹਨ ਇਕੱਲਾ ਮਾਨਸ ਜੀਵਨ ਪਾ ਕੇ ਨਹੀਂ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ, ਕਿਉਂਕਿ ਇਹ ਤਾਂ ਕੀਤੇ ਹੋਏ ਕਰਮਾਂ ਅਨੁਸਾਰ ਹੈ। ਜੋ ਜੀਵ ਨੇ ਨਿਸ਼ਕਾਮ ਕਰਮ ਕੋਈ ਕੀਤੇ, ਉਹਦੇ ਕਰਕੇ ਜੀਵ ਨੂੰ ਮਾਨਸ ਜੀਵਨ ਦੀ ਪ੍ਰਾਪਤੀ ਹੋ ਗਈ ਹੈ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ ਨੇ ਕਰਮੀ ਆਵੇ ਕੱਪੜਾ। ਸਰੀਰ ਰੂਪੀ ਕੱਪੜਾ ਹੈ, ਇਹ ਕਰਮਾਂ ਅਨੁਸਾਰ ਜੀਵ ਨੂੰ ਪ੍ਰਾਪਤ ਹੁੰਦਾ ਹੈ। ਮਨੁੱਖ ਨੇ ਜਿਹੋ ਜਿਹੇ ਕਰਮ ਕੀਤੇ ਹੈ, ਜਿਸ ਨੇ ਚੰਗੇ ਕਰਮ ਕੀਤੇ ਹੈ, ਸਾਧ ਸੰਗਤ ਜੀ ਇਹ ਪੂਰਬਲੇ ਪੁੰਨਾਂ ਦੀ ਇਹ ਨਿਸ਼ਾਨੀ ਹੈ, ਜਿਨ੍ਹਾਂ ਨੂੰ ਦੁਨੀਆ ਦੇ ਸੁੱਖ ਪ੍ਰਾਪਤ ਹੋਏ ਹੈ। ਜਗਤ ਦੇ ਰਾਜ ਭਾਗ ਮਾਇਆ ਦੇ ਜਿਨ੍ਹਾਂ ਨੇ ਸੁੱਖ ਪ੍ਰਾਪਤੀ ਕਰਨ ਦੇ ਵਾਸਤੇ ਮਨ ਵਿੱਚ ਚੇਸ਼ਟਾ ਧਾਰਨ ਕੀਤੀ ਸੀ, ਉਹਨਾਂ ਨੂੰ ਦੁਨੀਆ ਦੇ ਸੁੱਖਾਂ ਦੀ ਪ੍ਰਾਪਤੀ ਹੋ ਗਈ ਹੈ। ਫਿਰ ਮਹਾਰਾਜ ਸੱਚੇ ਪਾਤਸ਼ਾਹ ਇਹ ਸਤਿਗੁਰੂ ਜੀ ਕਿਵੇਂ ਉਹ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ, ਸਤਿਗੁਰੂ ਜੀ ਨੇ ਅੱਗੇ ਵਚਨ ਕੀਤੇ ਹਨ। ਨਦਰੀ ਮੋਖ ਦੁਆਰ। ਜਿੰਨੀ ਦੇਰ ਤੱਕ ਵਾਹਿਗੁਰੂ ਦੀ ਕਿਰਪਾ ਦੀ ਨਜ਼ਰ ਨਹੀਂ ਹੁੰਦੀ, ਪਰਮੇਸ਼ਰ ਦਇਆ ਦ੍ਰਿਸ਼ਟੀ ਦੇ ਨਾਲ ਜੀਵ ਵੱਲ ਨਹੀਂ ਤੱਕਦਾ, ਉਨੀ ਦੇਰ ਤੱਕ ਕਦੇ ਮੁਕਤੀ ਨਹੀਂ ਪ੍ਰਾਪਤ ਹੋ ਸਕਦੀ। ਕਿਉਂਕਿ ਸਰੀਰ ਭਾਵੇਂ ਜਗਤ ਅੰਦਰ ਸਾਨੂੰ ਸਭ ਨੂੰ ਪ੍ਰਾਪਤ ਹੋਏ ਹੈ, ਪਰ ਜਿੰਨੀ ਦੇਰ ਤੱਕ ਪਰਮੇਸ਼ਰ ਦੀ ਕਿਰਪਾ ਨਹੀਂ ਹੁੰਦੀ, ਵਾਹਿਗੁਰੂ ਦਾ ਭਜਨ ਨਹੀਂ ਕੀਤਾ ਜਾਂਦਾ, ਗੁਰੂ ਸ਼ਰਨ ਧਾਰਨ ਕਰਕੇ ਸਤਿਗੁਰਾਂ ਤੋਂ ਦੀਖਿਆ ਦਾਨ ਲੈ ਕੇ ਪਰਮੇਸ਼ਰ ਦਾ ਸਿਮਰਨ ਨਹੀਂ ਕੀਤਾ ਜਾਂਦਾ, ਉਨੀ ਦੇਰ ਤੱਕ ਮੁਕਤੀ ਨਹੀਂ ਪ੍ਰਾਪਤ ਹੋ ਸਕਦੀ। ਪਰਮੇਸ਼ਰ ਕਿਰਪਾ ਕਰੇ। ਤੇ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਕਹਿੰਦੇ ਹਨ ਨਦਰੀ ਮੋਖ ਦੁਆਰ, ਮੁਕਤੀ ਦਾ ਦੁਆਰ ਪ੍ਰਾਪਤ ਹੋ ਜਾਂਦਾ ਜੇ ਪਰਮਾਤਮਾ ਕਿਰਪਾ ਦੀ ਨਜ਼ਰ ਕਰੇ ਤਾਂ। ਪਰਮੇਸ਼ਰ ਦੀ ਕਿਰਪਾ ਹੋਣੇ ਕਰਕੇ ਹੀ ਗੁਰੂ ਵਾਲੇ ਬਣਿਆ ਜਾਂਦਾ, ਸਤਿਗੁਰਾਂ ਦਾ ਉਪਦੇਸ਼ ਕਮਾਇਆ ਜਾਂਦਾ, ਅਕਾਲ ਪੁਰਖ ਵਾਹਿਗੁਰੂ ਦੇ ਭਜਨ ਦੇ ਵਿੱਚ ਜੁੜਿਆ ਜਾਂਦਾ, ਤਾਂ ਮੁਕਤੀ ਦੀ ਦਾਤ ਮਿਲਦੀ ਹੈ। ਨਹੀਂ ਤੇ ਸਾਧ ਸੰਗਤ ਜੀ ਜਗਤ ਅੰਦਰ ਸ਼ਕਾਮ ਕਰਮ ਕਰ ਕਰਕੇ ਹੀ ਵਾਸ਼ਨਾ ਦੇ ਬੱਝੇ ਹੋਏ ਬਾਰ-ਬਾਰ ਜਗਤ ਅੰਦਰ ਜਨਮ ਧਾਰਨ ਕਰਨਾ ਪੈਂਦਾ ਹੈ। ਗੁਰਬਾਣੀ ਦੇ ਵਚਨ ਹਨ ਭਗਤ ਰਸਨਾ ਦੁਆਰਾ ਮਨੁੱਖ ਦੇ ਮਨ ਵਿੱਚ ਜਿਹੋ ਜਿਹੀ ਵਾਸ਼ਨਾ ਲੱਗ ਜਾਂਦੀ ਹੈ, ਅੰਤ ਸਮੇਂ ਉਦਾਂ ਦੀ ਜੂਨ ਨੂੰ ਪ੍ਰਾਪਤ ਹੋ ਜਾਂਦਾ ਹੈ। ਜਿੱਦਾਂ ਦੀ ਮਨ ਵਿੱਚ ਵਾਸ਼ਨਾ ਵੱਧ ਜਾਂਦੀ ਹੈ, ਬਾਰ-ਬਾਰ ਜੋ ਜਗਤ ਨੂੰ ਯਾਦ ਕਰਦਾ ਰਹਿੰਦਾ ਹੈ, ਜੇ ਧਨ ਨੂੰ ਹਰ ਸਮੇਂ ਮਾਇਆ ਨੂੰ ਚੇਤੇ ਕਰਦਾ ਰਹਿੰਦਾ, ਤੇ ਹਜੂਰ ਨੇ ਭਗਤ ਤਰਲੋਚਨ ਜੀ ਦੀ ਰਸਨਾ ਦੁਆਰਾ ਫਰਮਾਇਆ ਅੰਤ ਕਾਲ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਸਰਪ ਜੋਨ ਵਲ ਵਲ ਅਵਤਾਰੈ। ਬਾਰ-ਬਾਰ ਉਸ ਸੱਪਾਂ ਦੀਆਂ ਜੂਨਾਂ ਧਾਰਨ ਕਰਦਾ ਹੈ, ਜਿੱਦਾਂ ਦੀ ਮਨ ਵਿੱਚ ਵਾਸ਼ਨਾ ਲੱਗ ਜਾਂਦੀ ਹੈ। ਜੇ ਮਹਿਰ ਮਾੜੀਆਂ ਦਾ ਮਨ ਵਿੱਚ ਵਾਸ਼ਨਾ ਲੱਗੀ ਰਹਿੰਦੀ ਹੈ, ਤੇ ਉੱਦਾਂ ਹੀ ਮੌਤ ਹੋ ਜਾਵੇ, ਮਨੁੱਖ ਦਾ ਸਰੀਰ ਜਿਹੜਾ ਆਰਜੂ ਪੂਰੀ ਹੋ ਜਾਵੇ। ਜੇ ਹਜੂਰ ਕਹਿੰਦੇ ਨੇ ਅੰਤ ਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਪ੍ਰੇਤ ਜੂਨ ਵਲ ਵਲ ਅਵਤਾਰੈ। ਪ੍ਰੇਤਾਂ ਦੀ ਜੂਨ ਨੂੰ ਪ੍ਰਾਪਤ ਹੋ ਜਾਂਦਾ ਹੈ। ਅੰਤ ਕਾਲ ਜੋ ਲੜਕੇ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਸੂਕਰ ਜੋਨ ਵਲ ਵਲ ਅਵਤਾਰੈ। ਸੂਰ ਦੇ ਸਾਧ ਸੰਗਤ ਜੀ ਕਿੰਨੇ ਕਿੰਨੇ ਬੱਚੇ ਹੁੰਦੇ ਹੈ, ਤੇ ਜੇ ਧੀਆਂ ਪੁੱਤਰਾਂ ਦੇ ਵਿੱਚ ਅੰਤ ਸਮੇਂ ਚੇਤਾ ਲੱਗਾ ਰਹੇ, ਤੇ ਕਹਿੰਦੇ ਫਿਰ ਸੂਰ ਦੀ ਜੂਨ ਨੂੰ ਪ੍ਰਾਪਤ ਹੋ ਜਾਂਦਾ ਹੈ। ਇਹ ਮੈਂ ਨਹੀਂ ਕਹਿ ਰਿਹਾ, ਗੁਰੂ ਕੀ ਬਾਣੀ ਦਾ ਬਚਨ ਹੈ। ਜਿਤ ਲਾਗੋ ਮਨ ਬਾਸਨਾ ਅੰਤ ਸਾਈ ਪ੍ਰਗਟਾਨੀ, ਅੰਤ ਸਮੇਂ ਉਦਾਂ ਦੀ ਜੂਨ ਨੂੰ ਪ੍ਰਾਪਤ ਹੋ ਜਾਂਦਾ। ਤੇ ਜੇ ਇਹੋ ਹੀ ਜੀਵ ਪਰਮਾਤਮਾ ਦੀ ਬਖਸ਼ਿਸ਼ ਜਿਸ ਦੇ ਹੋ ਜਾਵੇ, ਜਿਸ ਜੀਵ ਤੇ ਪਰਮਾਤਮਾ ਕਿਰਪਾ ਦੀ ਨਜ਼ਰ ਦੇ ਨਾਲ, ਮਿਹਰ ਦੀ ਨਿਗਾਹ ਦੇ ਨਾਲ ਤੱਕ ਦੇਵੇ, ਫਿਰ ਉਹਨੂੰ ਪਰਮਾਤਮਾ ਦੀ ਯਾਦ ਆਉਂਦੀ ਹੈ। ਤੇ ਹਜੂਰ ਨੇ ਉਚਾਰਨ ਕੀਤਾ ਅੰਤ ਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮਹਿ ਜੋ ਮਰੈ ਬਦਤ ਤਲੋਚਨ ਤੇ ਨਰ ਮੁਕਤਾ ਪੀਤੰਬਰ ਵਾ ਕੇ ਹਿਰਦੈ ਵਸੈ। ਫਿਰ ਉਹ ਜੀਵ ਮੁਕਤ ਹੋ ਜਾਂਦਾ, ਹਿਰਦੇ ਅੰਦਰ ਪਰਮੇਸ਼ਰ ਦੀ ਯਾਦ ਹੁੰਦੀ ਹੈ। ਪਰਮੇਸ਼ਰ ਦੀ ਯਾਦ ਹੋਣੀ ਕਰਕੇ ਪਰਮੇਸ਼ਰ ਸਰੂਪ ਹੀ ਹੋ ਜਾਂਦਾ। ਜੇ ਪਰਮਾਤਮਾ ਜਿਵੇਂ ਅਮਰ ਹੈ, ਤਿਵੇਂ ਉਹ ਜੀਵ ਵੀ ਅਮਰ ਹੋ ਜਾਂਦਾ ਹੈ। ਇਉਂ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਉਚਾਰਨ ਕੀਤਾ ਹੈ ਸਿੱਧੋ ਨਦਰੀ ਮੋਖ ਦੁਆਰ। ਪਰਮੇਸ਼ਰ ਦੀ ਕਿਰਪਾ ਦੀ ਨਜ਼ਰ ਹੋਵੇ ਤਾਂ ਹੀ ਮੁਕਤੀ ਦਾ ਦੁਆਰਾ ਮਿਲਦਾ ਹੈ। ਨਾਨਕ ਏਵੈ ਜਾਣੀਐ
ਨਾਨਕ ਏਵੈ ਜਾਣੀਐ। ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਉਚਾਰਨ ਕੀਤਾ, ਜੇ ਨਿਸ਼ਚੈ ਕਰਕੇ ਅਕਾਲ ਪੁਰਖ ਵਾਹਿਗੁਰੂ ਨੂੰ ਇਵੇਂ ਜਾਣ ਲੈਣਾ ਕਰੇ ਕਿ ਪਰਮੇਸ਼ਰ ਆਪ ਜੀ ਦੀ ਕਿਰਪਾ ਦੁਆਰਾ ਤੁਹਾਡੀ ਕਿਰਪਾ ਦੀ ਨਜ਼ਰ ਹੋਵੇ, ਮਿਹਰ ਭਰੀ ਨਿਗਾਹ ਦੇ ਨਾਲ ਸਾਡੇ ਵੱਲ ਮਹਾਰਾਜ ਤੱਕੋ, ਤਾਂ ਹੀ ਆਪ ਜੀ ਦਾ ਅਸੀਂ ਜਸ ਕਰ ਸਕਦੇ ਹਾਂ, ਤਾਂ ਹੀ ਸਾਨੂੰ ਮੁਕਤੀ ਦਾ ਦੁਆਰਾ ਪ੍ਰਾਪਤ ਹੋ ਸਕਦਾ ਹੈ। ਨਾਨਕ ਏਵੈ ਜਾਣੀ ਹੈ। ਇਹ ਸਿੱਧੋ ਐਵੇਂ ਨਿਸ਼ਚੈ ਕਰਕੇ ਜਾਣਨਾ ਕਰੋ, ਜਾਂ ਫਿਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਸੱਚ ਸਰੂਪ ਸਦਾ ਵਾਸਤੇ ਜਾਣਨਾ ਕਰੋ, ਜੋ ਸਦਾ ਵਾਸਤੇ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਸੱਚਾ ਹੈ, ਜਿਨ੍ਹਾਂ ਗੁਰਮੁਖਾਂ ਨੇ ਜਗਿਆਸੂਆਂ ਨੇ ਹਿਰਦੇ ਵਿੱਚ ਨਿਸ਼ਚੈ ਕਰਕੇ ਜਾਣ ਲਿਆ ਹੈ। ਸਭ ਆਪੇ ਸਚਿਆਰ। ਉਹ ਆਪ ਬਾਰ-ਬਾਰ ਆਪ ਮੁਹਾਰੇ ਹੋ ਕਰਕੇ ਕਹਿੰਦੇ ਕਿ ਪਰਮਾਤਮਾ ਸਭ ਆਪੇ ਸਚਿਆਰ, ਜਗਤ ਦੇ ਸਭ ਤਮਾਮ ਜੀਵਾਂ ਨੂੰ ਹੋ ਕੇ ਪਰਮੇਸ਼ਰ ਤੂੰ ਆਪ ਹੀ ਵਰਤ ਰਿਹਾ ਹੈ। ਫਿਰ ਪਰਮਾਤਮਾ ਤੂੰ ਸਚਿਆਰ ਸਰੂਪ ਹੈ। ਇਹ ਅਕਾਲ ਪੁਰਖ ਪਰਮੇਸ਼ਰ ਆਪ ਜੀ ਦਾ ਸਰੂਪ ਸਦੀਵੀ ਕਾਲ ਵਾਸਤੇ ਸੱਚਾ ਹੈ। ਜਗਤ ਅੰਦਰ ਹੁੰਦਿਆਂ ਹੋਇਆਂ ਵੀ ਪਰਮੇਸ਼ਰ ਆਪ ਜੀ ਨਿਰਲੇਪ ਰਹਿੰਦੇ ਹੋ। ਜਿਵੇਂ ਸੂਰਜ ਦੀਆਂ ਕਿਰਨਾਂ ਪੈਂਦੀਆਂ ਨੇ ਧਰਤੀ ਤੇ, ਗੰਦਗੀ ਤੇ ਵਿੱਚ ਵੀ, ਗੰਦੀ ਥਾਂ ਤੇ ਵੀ ਤੇ ਸਾਫ਼ ਥਾਂ ਤੇ ਵੀ ਪੈਂਦੀਆਂ ਨੇ, ਪਰ ਕਿਰਨਾਂ ਥੋੜ੍ਹਾ ਸਾਧ ਸੰਗਤ ਜੀ ਉਹ ਗੰਦਗੀ ਦੇ ਨਾਲ ਗੰਦੀਆਂ ਹੋ ਜਾਂਦੀਆਂ ਨੇ, ਜਾਂ ਧੁੰਦੜੀਆਂ ਜਾਂ ਮੈੜੀਆਂ ਹੋ ਜਾਂਦੀਆਂ ਨੇ। ਉਹ ਕਿਰਨਾਂ ਜਿਹੜੀਆਂ ਹਨ ਸੂਰਜ ਦੀਆਂ ਉਸੇ ਤਰ੍ਹਾਂ ਹੀ ਰਹਿੰਦੀਆਂ ਹਨ। ਤਿਵੇਂ ਪਰਮੇਸ਼ਰ ਆਤਮਾ ਰੂਪ ਹੋ ਕਰਕੇ ਸਾਰੀ ਸ੍ਰਿਸ਼ਟੀ ਦੇ, ਭਾਵੇਂ ਕੋਈ ਚੰਗੇ ਸੁਭਾਅ ਦਾ ਚਾਹੇ ਮੰਦੇ ਸੁਭਾਅ ਦਾ, ਕੋਈ ਚੰਗੇ ਕਰਮ ਕਰਦਾ ਚਾਹੇ ਮੰਦੇ ਕਰਮ ਕਰਦਾ, ਸਭ ਜੀਵਾਂ ਅੰਦਰ ਹੁੰਦਾ ਹੋਇਆ ਵੀ ਪਰਮੇਸ਼ਰ ਨਿਰਲੇਪ ਰਹਿੰਦਾ ਹੈ। ਸਭ ਜੀਵਾਂ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਦੀ ਆਤਮਾ ਰੂਪ ਕਿਰਨਾਂ ਵਰਤ ਰਹੀਆਂ ਨੇ। ਸਰਬੱਗ ਜੀਵਾਂ ਦੇ ਅੰਦਰ ਉਹ ਪਰਮੇਸ਼ਰ ਦਾ ਹੀ ਪ੍ਰਤੀਬਿੰਬ ਪੈ ਰਿਹਾ ਹੈ, ਜਿਸ ਕਰਕੇ ਹਜ਼ੂਰ ਨੇ ਫਰਮਾਨ ਕੀਤਾ ਹੈ ਨਾ, ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ। ਪਰਮੇਸ਼ਰ ਆਪ ਜੋਤ ਰੂਪ ਹੋ ਕਰਕੇ ਸਭ ਜੀਵਾਂ ਦੇ ਹਿਰਦੇ ਅੰਦਰ ਚਾਨਣ ਕਰ ਰਿਹਾ ਹੈ, ਬੁੱਧੀ ਨੂੰ ਸਦਾ ਦੇ ਰਿਹਾ, ਪ੍ਰਕਾਸ਼ ਕਰ ਰਿਹਾ ਹੈ, ਇੰਦਰੀਆਂ ਨੂੰ ਚਲਾ ਰਿਹਾ ਹੈ, ਸਭ ਸ਼ਰੀਰਾਂ ਨੂੰ ਪਰਮੇਸ਼ਰ ਆਪ ਆਤਮਾ ਰੂਪ ਹੋ ਕਰਕੇ ਚਲਾ ਰਿਹਾ ਹੈ। ਐਸਾ ਉਹ ਪਰਮਾਤਮਾ ਦਾ ਸਚਿਆਰ ਸਰੂਪ ਹੈ। ਇਸ ਲਈ ਸਤਿਗੁਰੂ ਜੀ ਨੇ ਉਚਾਰਨ ਕੀਤਾ ਹੈ, ਸਿੱਧੋ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ। ਜਿਸ ਪਰਮੇਸ਼ਰ ਨੇ ਸਚਿਆਰ ਅਕਾਲ ਪੁਰਖ ਨੇ ਸਾਰੀ ਸ੍ਰਿਸ਼ਟੀ ਨੂੰ ਆਪਣੇ ਆਪ ਤੋਂ ਉਤਪੰਨ ਕੀਤਾ ਹੈ, ਸਾਰੀ ਸ੍ਰਿਸ਼ਟੀ ਰੂਪ ਹੋ ਕਰਕੇ ਵਰਤ ਰਿਹਾ ਹੈ, ਉਹ ਸਦੀਵੀ ਕਾਲ ਵਾਸਤੇ ਉਹਨੂੰ ਸਚਿਆਰ ਜਾਣਨਾ ਕਰੋ। ਜਗਤ ਦੇ ਜਿਹੜੇ ਜੀਵ ਹਨ ਪਰਾਰਬਧ ਭੋਗ ਕਰਕੇ ਕੋਈ ਸੰਸਾਰ ਦੇ ਅੰਦਰ ਮਰ ਜਾਂਦਾ, ਫਿਰ ਜਨਮ ਧਾਰਨ ਕਰ ਲੈਂਦਾ, ਪਰ ਉਹ ਪਰਮੇਸ਼ਰ ਨੂੰ ਅਜਿਹਾ ਰਾਜਾ ਸਰੂਪ ਨਾ ਜਾਣੋ, ਉਹ ਸਦਾ ਵਾਸਤੇ ਰਹਿਣ ਵਾਲਾ ਹੈ। ਉਸ ਪਰਮੇਸ਼ਰ ਜੈਸਾ ਕੋਈ ਜਗਤ ਅੰਦਰ ਰਾਜਾ ਮਹਾਰਾਜਾ ਕੋਈ ਚੱਕਰਵਰਤੀ ਬਾਦਸ਼ਾਹ ਵੀ ਨਹੀਂ ਹੈ ਜੋ ਪਰਮੇਸ਼ਰ ਦੀ ਬਰਾਬਰਤਾ ਕਰ ਸਕੇ। ਸਦੀਵੀ ਕਾਲ ਵਾਸਤੇ ਸਚਿਆਰ ਪਰਮੇਸ਼ਰ ਰਾਜੇ ਦਾ ਸਰੂਪ ਹੈ। ਇੱਥੇ ਹੀ ਸਾਧ ਸੰਗਤ ਜੀ ਸਮਾਪਤੀ ਹੈ। ਸਤਿਗੁਰੂ ਜੀ ਦੀ ਪਾਵਨ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਸੰਗਤ ਬਖਸ਼ਣ ਯੋਗ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਬੇਨਤੀ ਹੈ। ਸਾਧ ਸੰਗਤ ਜੀ ਜਿਨ੍ਹਾਂ ਪ੍ਰਾਣੀਆਂ ਨੇ ਅਜੇ ਤਾਈਂ ਅੰਮ੍ਰਿਤ ਨਹੀਂ ਛਕਿਆ, ਪੰਜਾਂ ਪਿਆਰਿਆਂ ਤੋਂ ਖੰਡੇ ਬਾਟੇ ਦਾ ਅੰਮ੍ਰਿਤ ਛਕੋ, ਪਤਿਤ ਪੁਣੇ ਦਾ ਨਸ਼ਿਆਂ ਦਾ ਤਿਆਗ ਕਰੋ, ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹੀ ਦੇ ਲੜ ਲੱਗ ਕੇ ਜੀਵਨ ਸਫਲਾ ਬਣਾਵੋ ਜੀ। ਬੇਨਤੀ ਪ੍ਰਵਾਨ ਕਰਨੀ ਜੀ। ਦੇਹੋ ਸੱਜਣ ਅਸੀਸੜਿਆ ਜਿਉ ਹੋਵੈ ਸਾਹਿਬ ਸਿਓ ਮੇਲ। ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ, ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।